ਹੈਲੋ ਸਟੂਡੈਂਟਸ, ਸਵਾਗਤ ਹੈ ਤੁਹਾਡਾ ਸਾਈ-ਫਾਈ ਸਟੱਡੀ ਦੇ ਉੱਪਰ। ਹਾਂਜੀ, ਮੈਨੂੰ ਉਮੀਦ ਹੈ ਕਿ ਤੁਹਾਡੀ ਤਿਆਰੀ ਹੈ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਹੋ ਰਹੀ ਹੋਵੇਗੀ। ਅਗਰ ਤੁਹਾਨੂੰ ਕਿਸੇ ਵੀ ਟੌਪਿਕ ਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਪ੍ਰੋਬਲਮ ਹੈ ਜਿਹੜੀ ਸ਼ੇਅਰ ਕਰ ਸਕਦੇ ਹੋ। ਤੁਸੀਂ ਆਪਣੇ ਡਾਊਟ ਜਿਹੜੇ ਤੁਸੀਂ ਕੁਐਸਚਨ ਸੋਲਵ ਕਰਦੇ ਹੋ, ਅਗਰ ਕੋਈ ਕੁਐਸਚਨ ਸਮਝ ਨਹੀਂ ਆਉਂਦਾ ਤਾਂ ਤੁਸੀਂ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰੋ। ਉਹਦੇ ਵਿੱਚ ਤੁਸੀਂ ਸਾਰੇ ਡਾਊਟ ਨੇ ਜਿਹੜੇ ਆਪਣੇ ਕਲੀਅਰ ਕਰ ਸਕਦੇ ਹੋ। ਅੱਜ ਆਪਣਾ ਜਿਹੜਾ ਚੈਪਟਰ ਸਟਾਰਟ ਕੀਤਾ ਸੀ ਆਪਣੇ ਧੁਨੀ, ਉਹਦਾ ਥਰਡ ਪਾਰਟ ਅੱਜ। ਜਿਸ ਨੇ ਵੀ ਪਹਿਲੀਆਂ ਦੋ ਵੀਡੀਓਜ਼ ਨਹੀਂ ਦੇਖੀਆਂ ਉਹ ਪਹਿਲਾਂ ਜਾ ਕੇ ਪਹਿਲੀਆਂ ਦੋ ਵੀਡੀਓਜ਼ ਨੂੰ ਦੇਖ ਸਕਦਾ ਹੈ, ਦੈਨ ਤੁਸੀਂ ਥਰਡ ਵੀਡੀਓ ਦੇਖਣੀ ਹੈ। ਹਾਂਜੀ, ਸਟਾਰਟ ਕਰਦੇ ਹਾਂ। ਅੱਜ ਦਾ ਜੋ ਆਪਣਾ ਟੌਪਿਕ ਆ ਉਹ ਹੈਗਾ ਧੁਨੀ ਦਾ ਪਰਿਵਰਤਨ, ਰਿਫਲੈਕਸ਼ਨ ਆਫ ਸਾਊਂਡ, ਕਿ ਧੁਨੀ ਆ ਜਿਹੜੀ ਪਰਿਵਰਤਿਤ ਕਿਵੇਂ ਹੁੰਦੀ ਹੈ, ਵਾਪਸ ਆਉਣਾ। ਠੀਕ ਹੈ, ਤਾਂ ਕਹਿੰਦੇ ਦੇਖੋ, ਕਿਸੇ ਠੋਸ ਜਾਂ ਦਰਵ ਨਾਲ ਟਕਰਾ ਕੇ ਧੁਨੀ ਉਸੇ ਤਰ੍ਹਾਂ ਵਾਪਸ ਹੋ ਜਾਂਦੀ ਹੈ ਜਿਵੇਂ ਕੋਈ ਰਬੜ ਦੀ ਗੇਂਦ ਦੀਵਾਰ ਨਾਲ ਟਕਰਾ ਕੇ ਵਾਪਸ ਹੋ ਜਾਂਦੀ ਹੈ। ਦੇਖੋ, ਜਿਸ ਤਰ੍ਹਾਂ ਕਿ ਆਪਾਂ ਕੀ ਕਰਦੇ ਹਾਂ, ਕੋਈ ਦੀਵਾਰ ਹੈ, ਉਹਦੇ 'ਤੇ ਅਗਰ ਆਪਾਂ ਨੇ ਕੋਈ ਗੇਂਦ ਮਾਰੀ ਹੈ ਤਾਂ ਉਹ ਗੇਂਦ ਕੀ ਹੈ, ਉਹਨਾਂ ਨਾਲ ਟਕਰਾ ਕੇ ਵਾਪਸ ਆ ਜਾਂਦੀ ਹੈ। ਇਸੇ ਤਰ੍ਹਾਂ ਨਾਲ ਹੀ ਕੌਣ ਕਿਹਦੇ ਵਿੱਚ ਹੁੰਦਾ ਗਾ, ਧੁਨੀ ਦੇ ਵਿੱਚ ਹੁੰਦਾ। ਧੁਨੀ ਵੀ ਕੀ ਕਰਦੀ ਹੈ, ਜਦੋਂ ਧੁਨੀ ਆਉਂਦੀ ਆ ਤਾਂ ਕਿਸੇ ਵੀ ਦੀਵਾਰ, ਕਿਸੇ ਵੀ ਚੀਜ਼ ਦੇ ਨਾਲ ਜਿਹੜੀ ਰਸਤੇ ਦੇ ਵਿੱਚ ਆਵੇ ਉਹਦੇ ਨਾਲ ਟਕਰਾ ਕੇ ਕੀ ਹੋ ਜਾਂਦੀ ਆ, ਵਾਪਸ ਹੋ ਜਾਂਦੀ ਹੈ। ਇਸ ਤਰ੍ਹਾਂ ਧੁਨੀ ਦੇ ਵਾਪਸ ਹੋ ਜਾਣ ਨੂੰ ਕੀ ਕਹਿੰਦੇ ਆ ਆਪਾਂ, ਧੁਨੀ ਦਾ ਪਰਿਵਰਤਨ ਕਹਿੰਦੇ ਆ। ਠੀਕ ਹੈ, ਜਿਹੜੀ ਪ੍ਰਕਾਸ਼ ਦੀ ਤਰ੍ਹਾਂ ਧੁਨੀ ਵੀ ਜਿਹੜੀ ਹੈਗੀ ਆ ਠੋਸ ਜਾਂ ਦਰਵ ਦੀ ਸਤ੍ਹਾ ਤੋਂ ਪਰਿਵਰਤਿਤ ਹੋ ਜਾਂਦੀ ਆ। ਜਿਸ ਤਰ੍ਹਾਂ ਆਪਾਂ ਪ੍ਰਕਾਸ਼ ਦੇ ਵਿੱਚ ਪੜ੍ਹਿਆ ਸੀ ਕਿ ਕੁਛ ਨਿਯਮ ਹੁੰਦੇ ਹੈਗੇ, ਜਿਹੜੇ ਨਿਯਮਾਂ ਦੀ ਕੀ ਹੈਗਾ, ਜਿਹੜੀ ਲਾਈਟ ਹੈ, ਰੌਸ਼ਨੀ, ਉਹ ਪਾਲਣਾ ਕਰਦੀ ਹੈ। ਉਸੇ ਤਰ੍ਹਾਂ ਨਾਲ ਇਹਦੇ ਵਿੱਚ ਵੀ ਦੋ ਨਿਯਮ ਹੁੰਦੇ ਨੇ ਜਿਹਦੀ ਕੀ ਹੈ, ਧੁਨੀ ਪਾਲਣਾ ਕਰਦੀ ਹੈ। ਕੀ ਹੈਗਾ ਨਿਯਮ? ਪਹਿਲਾ ਹੈਗਾ ਕਿ ਧੁਨੀ ਦੀ ਆਪਤੀ ਹੋਣ ਦੀ ਦਿਸ਼ਾ ਅਤੇ ਪਰਿਵਰਤਨ ਹੋਣ ਦੀ ਦਿਸ਼ਾ ਦੇ ਵਿਚਕਾਰ ਬਣੇ ਕੋਣ ਆਪਸ ਵਿੱਚ ਬਰਾਬਰ ਹੁੰਦੇ ਹਨ। ਪਹਿਲਾਂ ਤਾਂ ਇਹੀ ਸੀ, ਜਿਸ ਤਰ੍ਹਾਂ ਆਪਾਂ ਪਹਿਲਾਂ ਪੜ੍ਹਦੇ ਹੁੰਦੇ ਹਾਂ ਕਿ ਕੋਣ ਆਈ ਬਰਾਬਰ ਕੋਣ ਆਰ ਹੈ। ਠੀਕ ਹੈ, ਆਪਾਤੀ ਕਿਰਨ ਅਤੇ ਪਰਿਵਰਤਿਤ ਕਿਰਨ ਦੇ ਵਿੱਚ ਜਿਹੜਾ ਕੋਣ ਬਣਦਾ ਹੈ ਉਹ ਕੀ ਹੁੰਦਾ, ਬਰਾਬਰ ਹੁੰਦਾ ਹੈ। ਇਹਦੇ ਵਿੱਚ ਵੀ ਸੇਮ ਹੀ ਹੁੰਦਾ ਹੈ ਕਿ ਜਿਹੜੀ ਧੁਨੀ ਆ ਰਹੀ ਹੈ ਅਤੇ ਜਿਹੜੀ ਵਾਪਸ ਜਾਊਗੀ, ਉਹਨਾਂ ਦੇ ਵਿਚਕਾਰ ਜਿਹੜਾ ਕੋਣ ਬਣੂਗਾ ਉਹ ਕੀ ਹੋਊਗਾ, ਬਰਾਬਰ ਹੋਊਗਾ। ਦੂਸਰਾ ਨਿਯਮ ਕੀ ਸੀ ਕਿ ਇਹ ਤਿੰਨੋਂ ਚੀਜ਼ਾਂ, ਜਿਹੜੀ ਕਿ ਆਪਣਾ ਤਲ ਹੈਗਾ, ਠੀਕ ਹੈ, ਜਿਹਦੇ 'ਤੇ ਲਾਈਟ ਪੈਣੀ ਆ, ਜਿਹੜੀ ਧੁਨੀ ਆ ਰਹੀ ਹੈ, ਜਿਹੜੀ ਧੁਨੀ ਜਾ ਰਹੀ ਹੈ, ਇਹ ਤਿੰਨੇ ਕੀ ਨੇ, ਸਿਰ ਸਾਰੇ ਜਣੇ ਇੱਕੋ ਹੀ ਤਲ ਦੇ ਵਿੱਚ ਨੇ। ਠੀਕ ਹੈ, ਇਹ ਆਪਣੇ ਕੀ ਹੈਗਾ, ਧੁਨੀ ਦੇ ਨਿਯਮ ਨੇ, ਜਿਸ ਤਰ੍ਹਾਂ ਕਿ ਪ੍ਰਕਾਸ਼ ਦੇ ਦੋ ਨਿਯਮ ਸੀਗੇ। ਦੇਖੋ ਕਿਸ ਤਰ੍ਹਾਂ ਕਿ ਰਿਫਲੈਕਸ਼ਨ ਕਿਵੇਂ ਹੁੰਦੀ ਹੈ। ਜਿਵੇਂ ਦੇਖੋ, ਇਹ ਵਾਲੀ ਲੇਡੀ ਹੈ ਜਿਹੜੀ ਬੋਲ ਰਹੀ ਆ, ਤਾਂ ਇਹਦੀ ਜਿਹੜੀ ਆਵਾਜ਼ ਹੈ ਉਹ ਕੀ ਹੈ, ਆਲੇ ਦੁਆਲੇ ਦੀਆਂ ਜਿਹੜੀਆਂ ਕੰਧਾਂ ਨੇਗੀਆਂ ਇਹਨਾਂ ਨਾਲ ਟਕਰਾ ਕੇ ਅਲੱਗ-ਅਲੱਗ ਤਰ੍ਹਾਂ ਦੇ ਰਿਫਲੈਕਸ਼ਨਸ ਕਰਕੇ ਇਹਨਾਂ ਸਾਰਿਆਂ ਤੱਕ ਕੀ ਹੈ, ਪਹੁੰਚ ਰਹੀ ਹੈ। ਠੀਕ ਹੈ, ਜਿਹੜੀ ਆਵਾਜ਼ ਹੈ ਕੰਧਾਂ ਨਾਲ ਵੀ ਰਿਫਲੈਕਸ਼ਨ ਕਰੂਗੀ, ਜਿਹੜੀ ਵੀ ਚੀਜ਼ ਉਹਦੇ ਰਸਤੇ ਦੇ ਵਿੱਚ ਆਊਗੀ ਸਾਰਿਆਂ ਦੇ ਨਾਲ ਜਿਹੜੀ ਧੁਨੀ ਆ ਉਹ ਕੀ ਹੈ, ਟਕਰਾ ਕੇ ਵਾਪਸ ਹੋ ਜਾਂਦੀ ਹੈ। ਠੀਕ ਹੈ, ਤਾਂ ਇਸੇ ਤਰ੍ਹਾਂ ਨਾਲ ਇਹਨਾਂ ਸਾਰਿਆਂ ਨੂੰ ਕੀ ਹੈ, ਇਹਦੀ ਆਵਾਜ਼ ਜਿਹੜੀ ਸੁਣਾਈ ਦੇ ਰਹੀ ਆ। ਇਹਨੂੰ ਕਹਿੰਦੇ ਆਪਾਂ ਰਿਫਰੈਕਸ਼ਨ ਆਫ ਸਾਊਂਡ, ਕਿ ਅਲੱਗ-ਅਲੱਗ ਪਾਥ ਤੋਂ ਆ ਰਹੀ ਹੈ। ਕਈ ਵਾਰੀ ਇਹ ਡਾਇਰੈਕਟ ਵੀ ਆ ਜਾਂਦੀ ਹੈ ਇਹਨਾਂ ਕੋਲ ਆਵਾਜ਼, ਕਈ ਵਾਰੀ ਟਕਰਾ ਕੇ ਰਿਫਲੈਕਟ ਹੋ ਕੇ ਵੀ ਆ ਜਾਂਦੀ ਹੈ। ਕਲੀਅਰ ਹੈ। ਨੈਕਸਟ ਦੇਖੋ, ਗੂੰਜ ਕਿਹਨੂੰ ਕਹਿੰਦੇ ਆਪਾਂ। ਠੀਕ ਹੈ, ਗੂੰਜ ਜਾਂ ਇੱਕੋ ਕਿਹਨੂੰ ਕਹਿੰਦੇ ਆਪਾਂ, ਕਹਿੰਦੇ ਜਦੋਂ ਆਪਾਂ ਕੋਈ ਵਸਤੂ ਹੈ, ਜਿਵੇਂ ਕੋਈ ਇਮਾਰਤ ਹੈ, ਕੋਈ ਪਹਾੜ ਹੈ, ਠੀਕ ਹੈ, ਉੱਥੇ ਜੇ ਆਪਾਂ ਉੱਚੀ ਆਵਾਜ਼ ਦੇ ਵਿੱਚ ਬੋਲਾਂਗੇ ਜਾਂ ਆਪਾਂ ਤਾੜੀ ਵਗੈਰਾ ਮਾਰਦੇ ਹਾਂ ਤਾਂ ਆਪਾਂ ਨੂੰ ਕੁਛ ਮਾਈਨਰ ਜੇ ਥੋੜ੍ਹੇ ਜਿਹੇ ਟਾਈਮ ਦੇ ਬਾਅਦ ਆਪਾਂ ਨੂੰ ਉਹ ਆਵਾਜ਼ ਹੈ ਜਿਹੜੀ ਵਾਪਸ ਸੁਣਾਈ ਦਿੰਦੀ ਹੈ। ਠੀਕ ਹੈ, ਆਪਾਂ ਨੂੰ ਲੱਗ ਰਿਹਾ ਕਿ ਗੂੰਜ ਰਹੀ ਹੈ ਆਪਣੀ ਆਵਾਜ਼, ਬਹੁਤ ਉੱਚੀ ਆਵਾਜ਼ ਦੇ ਵਿੱਚ ਜਿਹੜੀ ਧੁਨੀ ਆਪਾਂ ਨੂੰ ਸੁਣਾਈ ਦਿੰਦੀ ਹੈ। ਜਿਹੜੀ ਧੁਨੀ ਆਪਾਂ ਨੂੰ ਸੁਣਾਈ ਦਿੰਦੀ ਹੈ ਉਸ ਨੂੰ ਆਪਾਂ ਕੀ ਕਹਿੰਦੇ ਹਾਂ, ਗੂੰਜ ਕਹਿੰਦੇ ਹਾਂ। ਠੀਕ ਹੈ, ਇਹੀ ਲਿਖਿਆ ਦੇ ਵਿੱਚ ਕਿ ਕੋਈ ਵੀ ਇਮਾਰਤ ਜਾਂ ਪਹਾੜ ਦੇ ਨੇੜੇ ਜੇਕਰ ਆਪਾਂ ਜ਼ੋਰ ਨਾਲ ਚੀਖੀਏ ਜਾਂ ਤਾੜੀ ਵਜਾਈਏ ਤਾਂ ਆਪਾਂ ਨੂੰ ਜਿਹੜੀ ਆਵਾਜ਼ ਆ ਦੁਬਾਰਾ ਸੁਣਾਈ ਦਿੰਦੀ ਹੈ, ਉਸ ਨੂੰ ਆਪਾਂ ਕੀ ਕਹਿੰਦੇ ਹਾਂ, ਗੂੰਜ ਕਹਿੰਦੇ ਹਾਂ। ਠੀਕ ਹੈ, ਹੁਣ ਗੂੰਜ ਕਿਵੇਂ ਹੁੰਦਾ, ਇਹਦਾ ਪ੍ਰਭਾਵ ਕਿਵੇਂ ਹੁੰਦਾ। ਜਦੋਂ ਵੀ ਕੋਈ ਆਵਾਜ਼ ਬੋਲੀ ਜਾਂਦੀ ਹੈ ਨਾ ਆਪਣੇ ਆਲੇ ਦੁਆਲੇ, ਜਦੋਂ ਕੋਈ ਆਵਾਜ਼ ਆਪਾਂ ਨੂੰ ਸੁਣਦੀ ਆ ਤਾਂ ਉਹ 0.1 ਸੈਕਿੰਡ ਦੇ ਲਈ ਜਿਹੜੀ ਹੈਗੀ ਆਪਣੇ ਦਿਮਾਗ ਤੱਕ ਉਹ ਆਵਾਜ਼ ਦਾ ਪ੍ਰਭਾਵ ਰਹਿੰਦਾ। ਉਨਾ ਟਾਈਮ ਤੱਕ ਉਹ ਜਿਹੜੀ ਆਵਾਜ਼ ਆਪਣੇ ਦਿਮਾਗ ਦੇ ਵਿੱਚ ਠਹਿਰ ਜਾਂਦੀ ਆ। ਠੀਕ ਹੈ, ਇਹਨੂੰ ਆਪਾਂ ਐਵੇਂ ਕਹਿ ਸਕਦੇ ਹਾਂ 1/10 ਪਾਰਟ ਆਫ ਸੈਕਿੰਡ, ਜਿਹਨੂੰ ਤੁਸੀਂ ਕਹਿ ਸਕਦੇ ਹੋ 0.1 ਸਕਿੰਟ ਦੇ ਲਈ ਜਿਹੜੀ ਕਿਸੇ ਵੀ ਚੀਜ਼ ਦੀ ਆਵਾਜ਼ ਆ ਉਹ ਆਪਣੇ ਦਿਮਾਗ ਦੇ ਵਿੱਚ ਬਣੀ ਰਹਿੰਦੀ ਹੈ। ਠੀਕ ਹੈ, ਇਹ MCQ ਬਣ ਸਕਦਾ। ਨੈਕਸਟ ਹੈਗਾ ਕਿ ਜਦੋਂ ਜਿਹੜੀ ਆਪਣੀ ਹੈਗੀ ਆ ਗੂੰਜ, ਜੇ ਆਪਾਂ ਸੁਣਨਾ ਚਾਹੁੰਦੇ ਹਾਂ ਉਹਦੇ ਲਈ ਕੀ ਜ਼ਰੂਰੀ ਹੈ ਕਿ ਜਿਹੜੀ ਧੁਨੀ ਜਾਊਗੀ ਅਤੇ ਜਿਹੜੀ ਪਰਿਵਰਤਿਤ ਹੋ ਕੇ ਆਊਗੀ ਉਹਦੇ ਵਿੱਚ ਘੱਟੋ ਘੱਟ ਇੰਨਾ ਜਿਹੜਾ ਸਮਾਂ ਦਾ ਅੰਤਰ ਜ਼ਰੂਰ ਹੋਣਾ ਚਾਹੀਦਾ। ਠੀਕ ਹੈ, ਇੰਨੇ ਸਮੇਂ ਦਾ ਅੰਤਰ ਹੋਊਗਾ ਤਾਂ ਹੀ ਆਪਾਂ ਨੂੰ ਗੂੰਜ ਸੁਣਾਈ ਦੇਊਗੀ, ਅਦਰਵਾਈਜ਼ ਆਪਾਂ ਨੂੰ ਜਿਹੜੀ ਗੂੰਜ ਆ ਸੁਣਾਈ ਨਹੀਂ ਦਿੰਦੀ। ਠੀਕ ਹੈ, ਜਿਵੇਂ ਆਪਾਂ ਕੋਲ ਬਹਿ ਕੇ ਗੱਲਾਂ ਕਰ ਰਹੇ ਹਾਂ ਤਾਂ ਉਹਦੇ ਵਿੱਚ ਇੰਨਾ ਸਮਾਂ ਨਹੀਂ ਲੱਗਦਾ। ਠੀਕ ਹੈ, ਆਪਾਂ ਨੂੰ ਇਮੀਡੀਏਟ ਆਵਾਜ਼ ਸੁਣ ਜਾਂਦੀ ਹੈ ਜਿਹਦੇ ਕਰਕੇ ਕਿ ਗੂੰਜ ਨਹੀਂ ਹੁੰਦੀ।
ਕਲੀਅਰ ਹੈ। ਹੁਣ ਆਪਾਂ ਇੱਕ ਐਗਜ਼ਾਮਪਲ ਦੇ ਥਰੂ ਸਮਝਦੇ ਹਾਂ ਕਿ ਗੂੰਜ ਕਿਸ ਤਰ੍ਹਾਂ ਹੁੰਦੀ ਹੈ, ਕਿੰਨੀ ਕੁ ਜਿਹੜੀ ਸਪੀਡ ਹੋਊਗੀ ਧੁਨੀ ਦੀ, ਠੀਕ ਹੈ, ਕਿੰਨਾ ਕੁ ਟੈਂਪਰੇਚਰ ਹੋਣਾ ਚਾਹੀਦਾ ਹੈ, ਕਿੰਨਾ ਕੁ ਕੀ ਟਾਈਮ ਲੱਗੂਗਾ, ਇਹ ਦੇਖਦੇ ਆਪਾਂ। ਕਹਿੰਦੇ ਜੇ ਆਪਾਂ ਤਾਪਮਾਨ 22 ਡਿਗਰੀ ਸੈਲਸੀਅਸ ਦੇ ਉੱਪਰ ਗੱਲ ਕਰੀਏ ਤੇ ਆਪਾਂ ਨੇ ਲੈ ਲਿਆ ਕਿ ਜਿਹੜੀ ਧੁਨੀ ਹੈ ਉਹਦੀ ਚਾਲ ਕਿੰਨੀ ਹੈ 344 ਮੀਟਰ ਪਰ ਸੈਕਿੰਡ ਹੈ, ਠੀਕ ਹੈ। ਤੇ ਆਪਾਂ ਨੇ ਕੀ ਮੰਨ ਲਿਆ ਕਿ ਜਦੋਂ ਧੁਨੀ ਜਾ ਰਹੀ ਹੈ ਤੇ ਵਾਪਸ ਆ ਰਹੀ ਹੈ, ਠੀਕ ਹੈ, ਤਾਂ ਆਪਾਂ ਨੂੰ ਪਤਾ ਸੀਗਾ ਕਿ ਪਰਿਵਰਤਨ ਦੇ ਵਿੱਚ ਸਮਾਂ ਕਿੰਨਾ ਲੱਗਦਾ ਹੈ 0.1 ਸਕਿੰਟ ਲੱਗਦਾ, ਠੀਕ ਹੈ। ਹੁਣ ਆਪਾਂ ਨੂੰ ਚਾਲ ਵੀ ਪਤਾ ਹੈ, ਸਮਾਂ ਵੀ ਪਤਾ ਹੈ, ਤਾਂ ਆਪਾਂ ਕੀ ਪਤਾ ਕਰ ਸਕਦੇ ਹਾਂ, ਦੂਰੀ ਪਤਾ ਕਰ ਸਕਦੇ ਹਾਂ ਨਾ, ਕਿਉਂਕਿ ਆਪਾਂ ਨੇ ਇੱਕ ਫਾਰਮੂਲਾ ਪੜ੍ਹਿਆ ਹੋਇਆ ਕਿ ਚਾਲ ਬਰਾਬਰ ਦੂਰੀ ਬਟਾ ਸਮਾਂ, ਠੀਕ ਹੈ। ਇਹ ਫਾਰਮੂਲਾ ਪੜ੍ਹਿਆ ਆਪਾਂ ਨੇ। ਹੁਣ ਆਪਾਂ ਨੂੰ ਕੀ ਹੈ, ਚਾਲ ਵੀ ਪਤਾ ਹੈ, ਆਪਾਂ ਨੂੰ ਸਮਾਂ ਵੀ ਪਤਾ ਹੈ, ਤਾਂ ਆਪਾਂ ਕੀ ਪਤਾ ਕਰ ਸਕਦੇ ਹਾਂ, ਦੂਰੀ ਪਤਾ ਕਰ ਸਕਦੇ ਹਾਂ ਕਿ ਕੋਈ ਚੀਜ਼ ਜਿਹਦੇ ਨਾਲ ਟਕਰਾ ਕੇ ਆਵਾਜ਼ ਆਪਣੇ ਤੱਕ ਆ ਰਹੀ ਹੈ ਉਹ ਚੀਜ਼ ਕਿੰਨੀ ਦੂਰ ਆ ਆਪਣੇ ਤੋਂ, ਠੀਕ ਹੈ। ਇਸ ਚੀਜ਼ ਦਾ ਜਿਹੜਾ ਯੂਜ਼ ਹੈ ਇਸ ਦੇ ਵਾਸਤੇ ਕੀਤਾ ਜਾਂਦਾ ਹੈ। ਹੁਣ ਆਪਾਂ ਨੂੰ ਪਤਾ ਸੀਗਾ ਕਿ ਆਪਾਂ ਕੀ ਦੂਰੀ ਪਤਾ ਕਰ ਸਕਦੇ ਹਾਂ, ਤਾਂ ਆਪਾਂ ਨੇ ਦੂਰੀ ਪਤਾ ਕਰ ਲਈ, ਕਿੰਨੀ ਹੈਗੀ 34.4 ਮੀਟਰ, ਠੀਕ ਹੈ। ਇਹ ਦੂਰੀ ਆਪਾਂ ਨੇ ਕਿਵੇਂ ਪਤਾ ਕੀਤੀ ਕਿ ਆਪਣੀ ਆਵਾਜ਼ ਗਈ ਤੇ ਵਾਪਸ ਆਪਣੇ ਤੱਕ ਆਈ ਕਿੰਨਾ ਟਾਈਮ ਲੱਗਿਆ। ਹੁਣ ਦੇਖੋ ਜਿਹੜੀ ਇਹ ਦੂਰੀ ਹੈ ਤਾਂ ਡਬਲ ਹੋ ਗਈ ਨਾ, ਕਿਉਂਕਿ ਆਵਾਜ਼ ਗਈ ਸੀ ਤੇ ਵਾਪਸ ਆਈ ਸੀ, ਇਹਦਾ ਮਤਲਬ 2 ਵਾਰੀ ਰਸਤਾ ਕਵਰ ਹੋਇਆਗਾ, ਠੀਕ ਹੈ। ਇਹ ਤਾਂ ਦੁੱਗਣੀ ਹੋ ਗਈ। ਅਗਰ ਆਪਾਂ ਇਹ ਜਾਣਨਾ ਚਾਹੁੰਦੇ ਹਾਂ ਕਿ ਐਕਚੁਅਲ 'ਚ ਉਹ ਚੀਜ਼ ਹੈਗੀ ਕਿੱਥੇ ਆ ਜਿਹਦੇ ਨਾਲ ਆਵਾਜ਼ ਟਕਰਾ ਕੇ ਵਾਪਸ ਆਈ ਹੈ, ਤਾਂ ਉਹ ਕੀ ਹੋਊਗਾ, ਇਹਦਾ ਅੱਧਾ ਹੋਊਗਾ, ਠੀਕ ਹੈ, ਅੱਧੀ ਹੋਊਗੀ, ਯਾਨੀ ਕਿ 17.2 ਮੀਟਰ ਹੋਊਗੀ, ਠੀਕ ਹੈ। ਜਿਹੜਾ ਆਪਣੇ ਕੋਲੇ ਹਵਾ ਦੀ ਗਤੀ ਹੈ ਜਾਂ ਹਵਾ ਦਾ ਤਾਪਮਾਨ ਆ, ਇਹ ਵੀ ਕੀ ਆ ਧੁਨੀ ਦੇ ਜਿਹੜੀ ਚਾਲ ਹੈ ਉਹਦੇ ਵਿੱਚ ਪਰਿਵਰਤਨ ਕਰ ਦਿੰਦਾ, ਠੀਕ ਹੈ। ਤਾਂ ਟੈਂਪਰੇਚਰ ਵੀ ਆਪਾਂ ਨੇ ਫਿਕਸ ਰੱਖਿਆ ਸੀਗਾ 22 ਡਿਗਰੀ ਸੈਲਸੀਅਸ। ਟੈਂਪਰੇਚਰ ਦੇ ਬਦਲਣ ਦੇ ਨਾਲ ਵੀ ਕੀ ਹੈ, ਸਾਰੀਆਂ ਕੰਡੀਸ਼ਨਾਂ ਬਦਲ ਜਾਣਗੀਆਂ। ਦੇਖੋ ਇਸ ਤਰ੍ਹਾਂ ਹੁੰਦੀ ਹੈ ਇੱਕੋ ਕਿ ਆਪਾਂ ਕੋਈ ਵੱਡਾ ਹਾਲ ਕਮਰਾ ਸੀਗਾ, ਵੱਡੇ ਹਾਲ ਕਮਰੇ ਦੇ ਵਿੱਚ ਆਪਾਂ ਉੱਚੀ ਦੇਣੇ ਆਵਾਜ਼ ਲਗਾਈ ਤਾਂ ਜਿਹੜੀ ਆਪਣੀ ਆਵਾਜ਼ ਆ ਉਹ ਕੰਧਾਂ ਨਾਲ ਟਕਰਾ ਕੇ ਕੀ ਹੈ, ਜਿਹੜਾ ਕੋਈ ਇੱਥੇ ਬੈਠਾ ਸੀ ਉਹਨੂੰ ਸੁਣਾਈ ਦਿੱਤੀ। ਉਹਨੂੰ ਕੀ ਲੱਗੂਗੀ ਕਿ ਜਿਹੜੀ ਆਪਣੀ ਆਵਾਜ਼ ਆ ਉਹ ਕੀ ਗੂੰਜ ਰਹੀ ਆ ਸਾਰੇ ਕਮਰੇ ਦੇ ਵਿੱਚ, ਕਿਉਂਕਿ ਕਮਰਾ ਖਾਲੀ ਸੀ, ਉਹਦੇ ਨਾਲ ਆਵਾਜ਼ ਟਕਰਾ ਕੇ ਕੀ ਹੈ ਇਹਦੇ ਤੱਕ ਪਹੁੰਚੀ, ਜਿਹਨੂੰ ਆਪਾਂ ਕੀ ਕਹਿੰਦੇ ਹਾਂ ਗੂੰਜ, ਕਿ ਆਵਾਜ਼ ਆ ਜਿਹੜੀ ਕੀ ਹੈ ਗੂੰਜ ਰਹੀ ਹੈ। ਨੈਕਸਟ ਆਪਣੇ ਕੋਲ ਹੈਗਾ ਬਹੁ ਗੂੰਜ, ਠੀਕ ਹੈ, ਕਿ ਬਹੁਤ ਜ਼ਿਆਦਾ ਜਿਹੜੀ ਬਾਰ-ਬਾਰ ਪਰਿਵਰਤਨ ਹੋ ਰਿਹਾ ਹੈ, ਠੀਕ ਹੈ, ਧੁਨੀ ਦਾ। ਤਾਂ ਉਹ ਕੀ ਹੋਊਗਾ, ਕਹਿੰਦੇ ਦੇਖੋ ਕਿਸੇ ਵੱਡੇ ਹਾਲ ਦੇ ਵਿੱਚ ਉਤਪੰਨ ਹੋਣ ਤੋਂ ਬਾਅਦ ਧੁਨੀ ਦੀਵਾਰਾਂ 'ਤੇ ਬਾਰ-ਬਾਰ ਪਰਿਵਰਤਨ ਦੇ ਕਾਰਨ ਕਾਫੀ ਸਮੇਂ ਤੱਕ ਬਣੀ ਰਹਿੰਦੀ ਹੈ। ਜਿਵੇਂ ਕਿ ਆਪਾਂ ਨੂੰ ਇੱਕੋ ਹੀ ਆਵਾਜ਼ ਬਾਰ-ਬਾਰ ਰਿਪੀਟ ਹੋ ਕੇ ਸੁਣਾਈ ਦੇਈ ਜਾਵੇ, ਠੀਕ ਹੈ, ਉਹਨੂੰ ਕਹਿੰਦੇ ਆਪਾਂ ਬਹੁ ਗੂੰਜ। ਕਿ ਜਿਹੜੀ ਆਵਾਜ਼ ਸੀਗੀ ਪਹਿਲਾਂ ਆਪਾਂ ਨੂੰ ਉੱਚੀ ਸੁਣੀ, ਫਿਰ ਹੌਲੀ ਹੌਲੀ ਕੀ ਉਹ ਮੱਧਮ ਹੁੰਦੀ ਜਾਂਦੀ ਹੈ, ਘਟਦੀ ਜਾਂਦੀ ਹੈ, ਪਰ ਉਹ ਲਗਾਤਾਰ ਬਣੀ ਰਹਿੰਦੀ ਆ, ਠੀਕ ਹੈ। ਜਦੋਂ ਤੱਕ ਉਹ ਬਿਲਕੁਲ ਖਤਮ ਨਹੀਂ ਹੋ ਜਾਂਦੀ ਉਦੋਂ ਤੱਕ ਆਪਾਂ ਨੂੰ ਹਲਕੀ ਹਲਕੀ ਜਿਹੜੀ ਸੁਣਾਈ ਦਿੰਦੀ ਰਹਿੰਦੀ ਹੈ, ਇਹਨੂੰ ਆਪਾਂ ਕੀ ਕਹਿੰਦੇ ਹਾਂ, ਬਹੁ ਗੂੰਜ ਕਹਿੰਦੇ ਹਾਂ। ਕਲੀਅਰ ਹੈ ਜੀ। ਦੇਖੋ ਕਹਿੰਦੇ ਜਿਵੇਂ ਕਿਸੇ ਸਭਾ ਭਵਨ ਲੈ ਲਿਆ ਆਪਾਂ, ਕੋਈ ਵੱਡਾ ਹਾਲ ਲੈ ਲਿਆ, ਠੀਕ ਹੈ, ਉਹਦੇ ਵਿੱਚ ਹੁਣ ਜੇ ਆਪਾਂ ਕੋਈ ਮਿਊਜ਼ਿਕ ਸਿਸਟਮ ਲਾਤਾ ਤਾਂ ਉੱਥੇ ਕੀ ਹੋਊਗਾ, ਆਵਾਜ਼ ਆ ਜਿਹੜੀ ਗੂੰਜਣ ਲੱਗ ਜਾਂਦੀ ਹੈ। ਤਾਂ ਆਪਾਂ ਕੀ ਕਰਦੇ ਹਾਂ, ਜਿਹੜੀ ਆਵਾਜ਼ ਹੈ ਸਭਾ ਭਵਨਾਂ ਦੇ ਵਿੱਚ ਜਾਂ ਕਿਤੇ ਵੱਡਾ ਇਕੱਠ ਹੋਇਆ ਉੱਥੇ ਗੂੰਜੇ ਨਾ, ਕਲੀਅਰ ਸਾਰਿਆਂ ਨੂੰ ਸੁਣਾਈ ਦੇਵੇ, ਤਾਂ ਆਪਾਂ ਕੀ ਕਰਦੇ ਹਾਂ, ਜਿਹੜੀਆਂ ਦੀਵਾਰਾਂ ਹੁੰਦੀਆਂ ਨੇ ਉਹਨਾਂ ਨੂੰ ਕੋਈ ਇਹੋ ਜਿਹੀ ਚੀਜ਼ ਇਹੋ ਜਿਹਾ ਪਦਾਰਥ ਲਗਾ ਦਿੰਦੇ ਹਾਂ ਉਹਨਾਂ ਦੇ ਉੱਪਰ, ਤਾਂ ਜੋ ਜਿਹੜੀ ਆਵਾਜ਼ ਹੈ ਉਹ ਵਾਪਸ ਬਾਰ-ਬਾਰ ਪਰਿਵਰਤਿਤ ਨਾ ਹੋਵੇ, ਠੀਕ ਹੈ। ਤਾਂ ਜਿਹੜੀਆਂ ਦੀਵਾਰਾਂ ਦੇ ਉੱਪਰ ਆਪਾਂ ਕੋਈ ਲਾਉਂਦੇ ਹਾਂ ਧੁਨੀ ਸੋਖਕ ਪਦਾਰਥ, ਸਾਊਂਡ ਅਬਜ਼ਰਬੈਂਟ, ਜਿਹੜਾ ਕਿ ਧੁਨੀ ਨੂੰ ਆਪਦੇ ਅੰਦਰ ਹੀ ਅਬਜ਼ਰਵ ਕਰ ਲੈਂਦਾ, ਆਪਦੇ ਅੰਦਰ ਸਮਾ ਲੈਂਦਾ ਹੈ, ਠੀਕ ਹੈ, ਉਹਨਾਂ ਨੂੰ ਕਹਿੰਦੇ ਆਪਾਂ ਸਾਊਂਡ ਅਬਜ਼ਰਵੈਂਟਸ। ਇਹ ਫਾਈਬਰ ਬੋਰਡ ਜਾਂ ਖੁਰਦਰਾ ਪਲਾਸਟਿਕ ਵਗੈਰਾ ਜਾਂ ਫਿਰ ਆਪਾਂ ਪਰਦੇ ਵਗੈਰਾ ਲਾ ਕੇ, ਜਿਹੜੇ ਪਰਦੇ ਨੇ ਉਹ ਵੀ ਕੀ ਹੈ ਰਿਫਲੈਕਸ਼ਨਾਂ ਨੂੰ ਘਟਾ ਦਿੰਦੇ ਹੈ, ਜਿਹਦੇ ਕਰਕੇ ਆਪਾਂ ਨੂੰ ਆਵਾਜ਼ ਹੈ ਜਿਹੜੀ ਕਲੀਅਰ ਸੁਣਾਈ ਦਿੰਦੀ ਹੈ। ਦੇਖੋ ਇਸ ਤਰ੍ਹਾਂ ਨਾਲ ਕਿ ਅਗਰ ਆਪਾਂ ਕੋਈ ਹਾਲ ਦੇ ਵਿੱਚ ਖੜ੍ਹੇ ਹਾਂ, ਹੈ ਨਾ, ਅਗਰ ਇੱਕ ਜਣਾ ਬੋਲ ਰਿਹਾ ਤਾਂ ਉਹਦੀ ਆਵਾਜ਼ ਆ ਜਿਹੜੀ ਆਪਾਂ ਨੂੰ ਮਲਟੀਪਲ ਟਾਈਮਸ ਸੁਣੂਗੀ, ਬਾਰ-ਬਾਰ ਗੂੰਜ ਕੇ ਸੁਣੂਗੀ। ਉਹਨੂੰ ਬਚਾਉਣ ਦੇ ਵਾਸਤੇ ਆਪਾਂ ਕੀ ਆ ਦੀਵਾਰਾਂ ਦੇ ਉੱਪਰ ਪਲਾਸਟਿਕ ਫਾਈਬਰ ਲਗਾ ਦਿੰਦੇ ਹਾਂ ਜਾਂ ਫਿਰ ਆਪਾਂ ਪਰਦੇ ਵਗੈਰਾ ਲਾ ਦਿੰਦੇ ਹਾਂ, ਤਾਂ ਜੋ ਜਿਹੜੀ ਗੂੰਜ ਉਹ ਕੀ ਹੈ ਘੱਟ ਹੋਵੇ। ਕਲੀਅਰ ਹੈ, ਇਹ ਸੀਗਾ ਬਹੁ ਗੂੰਜ। ਨੈਕਸਟ ਆਪਣੇ ਕੋਲ ਹੈਗਾ ਧੁਨੀ ਦੇ ਪਰਿਵਰਤਨਾਂ ਦੇ ਉਪਯੋਗ, ਕਿ ਜਿਹੜੀ ਰਿਫਲੈਕਸ਼ਨ ਹੋ ਰਹੀ ਹੈ ਧੁਨੀ ਦੀ, ਰਿਫਲੈਕਸ਼ਨ ਆਫ ਸਾਊਂਡ ਹੋ ਰਿਹਾ ਹੈ, ਇਹਦੀ ਵਰਤੋਂ ਆਪਾਂ ਕਰਦੇ ਕਿੱਥੇ ਹਾਂ, ਕਿ ਆਪਣੇ ਲਈ ਯੂਜ਼ਫੁਲ ਵੀ ਹੈਗਾ ਜਾਂ ਯੂਜ਼ਫੁਲ ਨਹੀਂ ਹੈਗਾ, ਇਹ ਚੈੱਕ ਕਰਦੇ ਆਪਾਂ। ਦੇਖੋ ਕਹਿੰਦਾ ਆਪਣੇ ਕੋਲੇ ਮੈਗਾਫੋਨ ਜਾਂ ਲਾਊਡ ਸਪੀਕਰ, ਜਿਵੇਂ ਹਾਰਨ ਵਗੈਰਾ ਹੋ ਗਿਆ, ਠੀਕ ਹੈ, ਜਾਂ ਆਪਾਂ ਕੀ ਫਲੂਟ ਵਜਾਉਣੇ ਆ, ਠੀਕ ਹੈ, ਬਾਂਸਰੀ, ਸ਼ਹਿਨਾਈ ਜਾਂ ਸੰਗੀਤ ਦੇ ਹੋਰ ਕਈ ਜਿਹੜੇ ਯੰਤਰ ਆਪਾਂ ਵਜਾਉਂਦੇ ਹਾਂ, ਇਹਨਾਂ ਦੀ ਧੁਨੀ ਕੀ ਸਾਰੀਆਂ ਦਿਸ਼ਾਵਾਂ ਦੇ ਵਿੱਚ ਫੈਲੇ ਨਾ, ਇੱਕ ਦਿਸ਼ਾ ਦੇ ਵਿੱਚ ਹੀ ਆਪਾਂ ਨੂੰ ਸੁਣਾਈ ਦੇਵੇ,
ਠੀਕ ਹੈ। ਇਹਦੇ ਲਈ ਆਪਾਂ ਕਿ ਮਲਟੀਪਲ ਰਿਫਲੈਕਸ਼ਨ ਵਾਲਾ ਮੈਥਡ ਯੂਜ਼ ਕਰਦੇ ਹਾਂ ਕਿ ਮਲਟੀਪਲ ਰਿਫਲੈਕਸ਼ਨ ਦੇ ਵਿੱਚ ਕੀ ਹੋਊਗਾ, ਖਿਲਰ ਜੂਗੀ, ਪਰ ਆਪਾਂ ਨੇ ਕੀ ਆ ਜਿਹੜੀ ਧੁਨੀ ਉਹਨੂੰ ਖਿਲਰਨ ਨਹੀਂ ਦੇਣਾ, ਇੱਕ ਵਿਸ਼ੇਸ਼ ਦਿਸ਼ਾ ਦੇ ਵਿੱਚ ਲੈ ਕੇ ਜਾਣਾ। ਤਾਂ ਆਪਾਂ ਇਸ ਤਰ੍ਹਾਂ ਦਾ ਮਟੀਰੀਅਲ ਯੂਜ਼ ਕਰਾਂਗੇ ਇਹਦੇ ਵਿੱਚ, ਠੀਕ ਹੈ, ਜਿਵੇਂ ਹੌਰਨ ਹੋ ਗਿਆ, ਮੈਗਾਫੋਨ ਹੋ ਗਿਆ, ਇਹਦੇ ਵਿੱਚ ਇਸ ਤਰ੍ਹਾਂ ਦੇ ਮਟੀਰੀਅਲ ਯੂਜ਼ ਕਰਾਂਗੇ ਜਿਵੇਂ ਆਪਾਂ ਕਿ ਦੀਵਾਰਾਂ ਦੇ ਉੱਪਰ ਕੀਤਾ ਸੀ, ਤਾਂ ਜੋ ਇੱਕੋ ਦਿਸ਼ਾ ਦੇ ਵਿੱਚ ਆਪਾਂ ਨੂੰ ਆਵਾਜ਼ ਸੁਣਾਈ ਦੇਵੇ, ਆਪਾਂ ਨੂੰ ਪਤਾ ਚੱਲੇ ਕਿ ਆਵਾਜ਼ ਆ ਕਿੱਥੋਂ ਰਹੀ ਆ, ਠੀਕ ਹੈ। ਨੈਕਸਟ ਹੈਗਾ ਸਟੈਥੋਸਕੋਪ। ਇਹ ਕੀ ਕੌਣ ਯੂਜ਼ ਕਰਦਾ ਹੈ, ਡਾਕਟਰ ਯੂਜ਼ ਕਰਦੇ ਆ, ਹੈ ਨਾ। ਡਾਕਟਰ ਆਪਣੇ ਦਿਲ ਦੀ ਧੜਕਣ ਨੂੰ ਮੇਜ਼ਰ ਕਰਨ ਦੇ ਵਾਸਤੇ, ਦੇਖਣ ਦੇ ਵਾਸਤੇ, ਫੇਫੜਿਆਂ ਵਿੱਚੋਂ ਜਿਹੜੇ ਆਪਾਂ ਨੂੰ ਖਾਂਸੀ ਵਗੈਰਾ ਚੈੱਕ ਕਰਦੇ ਨੇ ਡਾਕਟਰ, ਕਿਹਦੇ ਨਾਲ ਕਰਦੇ ਨੇ, ਸਟੈਥੋਸਕੋਪ ਦੇ ਨਾਲ ਕਰਦੇ ਆ, ਠੀਕ ਹੈ। ਤਾਂ ਉਹਦੇ ਵਿੱਚ ਵੀ ਧੜਕਣ ਨੂੰ ਮੇਜ਼ਰ ਕਰਨ ਦੇ ਵਿੱਚ ਇਹ ਵਰਤਿਆ ਜਾਂਦਾ ਹੈਗਾ, ਮਾਪਣ ਦੇ ਵਾਸਤੇ। ਦੇਖੋ ਇਹ ਹੁੰਦਾ ਸਟੈਥੋਸਕੋਪ। ਇਹ ਕੀ ਹੈਗਾ, ਦਿਲ ਦੀ ਧੜਕਣ ਦੀ ਧੁਨੀ ਨੂੰ ਬਾਰ-ਬਾਰ ਪਰਿਵਰਤਨ ਦੇ ਕਾਰਨ ਜਦੋਂ ਬਾਰ-ਬਾਰ ਦਿਲ ਧੜਕਦਾ ਹੈ ਤਾਂ ਇਹਦੇ ਵਿੱਚ ਦੀ ਕੀ ਹੈ, ਡਾਕਟਰ ਨੂੰ ਕੀ ਹੈ, ਸੁਣਾਈ ਦਿੰਦੀ ਆ ਉਹਦੇ ਧੜਕਣ ਦੀ ਆਵਾਜ਼, ਕਿਉਂਕਿ ਇਹਦੇ ਵਿੱਚ ਕੀ ਹੋ ਰਹੀਆਂ ਨੇ, ਮਲਟੀਪਲ ਰਿਫਲੈਕਸ਼ਨਸ ਹੋ ਰਹੀਆਂ ਨੇ, ਠੀਕ ਹੈ, ਬਾਰ-ਬਾਰ ਪਰਿਵਰਤਿਤ ਹੋ ਰਹੀ ਹੈ ਧੁਨੀ, ਅਤੇ ਉਹਨੂੰ ਕੀ ਹੈ, ਗੂੰਜ ਕੇ ਸੁਣਾਈ ਦੇ ਰਹੀ ਹੈ। ਇਹ ਵੀ ਇਹਦਾ ਮੇਨ ਯੂਜ਼ ਹੈਗਾ। ਇਹ ਆਪਾਂ ਪੜ੍ਹ ਚੁੱਕੇ ਹਾਂ ਕਿ ਹਾਲ ਵਗੈਰਾ ਦੇ ਵਿੱਚ ਕੋਈ ਸੰਮੇਲਨ ਹਾਲ ਹੈ, ਸਿਨੇਮਾ ਹਾਲ ਹੈ, ਠੀਕ ਆ, ਉਹਨਾਂ ਦੀਆਂ ਛੱਤਾਂ ਵਗੈਰਾ ਇਸ ਤਰ੍ਹਾਂ ਬਣਾਈਆਂ ਜਾਂਦੀਆਂ ਨੇ, ਕਿਉਂਕਿ ਜੇ ਸਿਨੇਮੇ ਦੇ ਵਿੱਚ ਕੋਈ ਬਹੁਤ ਤਿੱਖੀ ਆਵਾਜ਼ ਪੈਦਾ ਹੋਊਗੀ, ਕੋਈ ਫਿਲਮ ਚੱਲ ਰਹੀ ਹੈ, ਆਵਾਜ਼ ਆਊਗੀ ਤਾਂ ਉਹ ਗੂੰਜਣ ਲੱਗ ਜੂਗੀ ਆਵਾਜ਼, ਫਿਰ ਕਿਸੇ ਨੂੰ ਵੀ ਕੋਈ ਚੀਜ਼ ਕਲੀਅਰ ਨਹੀਂ ਸੁਣਾਈ ਦੇਣੀ। ਇਸ ਕਰਕੇ ਉਹ ਕੀ ਹੈ, ਛੱਤਾਂ ਵਗੈਰਾ ਇਸ ਤਰ੍ਹਾਂ ਦੀਆਂ ਮਟੀਰੀਅਲ ਦੀਆਂ ਬਣਾਉਂਦੇ ਆ ਤਾਂ ਜੋ ਜਿਹੜਾ ਪਰਿਵਰਤਨ ਆ ਉਹ ਕੀ ਹੈ, ਨਾ ਹੋਵੇ। ਕਲੀਅਰ ਹੈ ਜੀ। ਆਈ ਹੋਪ ਤੁਹਾਨੂੰ ਸਮਝ ਆ ਰਿਹਾ ਹੋਵੇਗਾ। ਅਗਰ ਕਿਸੇ ਨੂੰ ਫਿਰ ਵੀ ਕੋਈ ਡਾਊਟ ਹੈ, ਤੁਸੀਂ ਆਪਣਾ ਡਾਊਟ ਜ਼ਰੂਰ ਕਲੀਅਰ ਕਰ ਸਕਦੇ ਹੋ, ਚਾਹੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰੋ, ਚਾਹੇ ਤੁਸੀਂ ਆਪਣਾ ਟੈਲੀਗ੍ਰਾਮ ਦੇ ਵਿੱਚ ਸ਼ੇਅਰ ਕਰੋ, ਆਪਣਾ ਡਾਊਟ ਤੁਸੀਂ ਜ਼ਰੂਰ ਸ਼ੇਅਰ ਕਰਿਆ ਕਰੋ। ਅਗਰ ਵੀਡੀਓ ਅੱਛੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਐਂਡ ਸ਼ੇਅਰ ਕਰਿਆ ਕਰੋ, ਠੀਕ ਹੈ। ਇਸ ਨਾਲ ਹੀ ਮੋਟੀਵੇਸ਼ਨ ਮਿਲਦੀ ਹੈ, ਫਿਰ ਆਪਾਂ ਅੱਗੇ ਹੋਰ ਵੀ ਵਧੀਆ ਜਿਹੜੀਆਂ ਵੀਡੀਓਜ਼ ਲੈ ਕੇ ਆਉਣੇ ਆ। ਦੇਖੋ ਇਸ ਤਰ੍ਹਾਂ ਨਾਲ ਕੀ ਹੈ, ਸਿਨੇਮੇ ਹਾਲ ਦੇ ਵਿੱਚ ਵੀ ਰਿਫਲੈਕਸ਼ਨ ਇਸੇ ਤਰ੍ਹਾਂ ਨਾਲ ਹੁੰਦੀ ਹੈ। ਹੁਣ ਜਿਹੜਾ ਸਭ ਤੋਂ ਮੇਨ ਇੰਪੋਰਟੈਂਟ ਕੁਐਸਚਨ ਹੈ, ਜਿਹੜਾ ਬਹੁਤ ਵਾਰੀ ਪੇਪਰ ਦੇ ਵਿੱਚ ਆਇਆਗਾ, ਇਹ ਵਾਲਾ ਇੰਪੋਰਟੈਂਟ ਹੈ ਕਿ ਜਿਹੜਾ ਮਨੁੱਖ ਹੈ ਉਹਦੀ ਧੁਨੀ ਦੀ ਸੁਣਨਯੋਗ ਸੀਮਾ ਕਿੰਨੀ ਆ, ਕਿ ਕਿੰਨੀ ਕੁ ਉੱਚੀ ਆਵਾਜ਼ ਆ ਜਿਹੜੀ ਆਪਾਂ ਸੁਣ ਸਕਦੇ ਹਾਂ, ਠੀਕ ਹੈ। ਜਿਵੇਂ ਆਪਣੇ ਕੰਨਾਂ ਦੇ ਕੋਲੇ ਕੋਈ ਡੀਜ਼ੇ ਲਾ ਦੇ ਉੱਚੇ ਤਾਂ ਆਪਾਂ ਨੂੰ ਕੀ ਆ, ਬਹੁਤ ਡਿਸਟਰਬੈਂਸ ਹੁੰਦੀ ਆ, ਆਪਾਂ ਬਹੁਤ ਜ਼ਿਆਦਾ ਉੱਚੀ ਆਵਾਜ਼ ਹੈ ਜਿਹੜੀ ਨਹੀਂ ਸੁਣ ਸਕਦੇ। ਤਾਂ ਆਪਾਂ ਨੇ ਰੇਂਜ ਦੱਸਣੀ ਆ ਕਿ ਕਿੰਨੀ ਜਿਹੜੀ ਧੁਨੀ ਆ, ਕਿੰਨੀ ਆਵਾਜ਼ ਹੈ ਜਿਹੜੀ ਆਪਾਂ ਸੁਣ ਸਕਦੇ ਹਾਂ। ਇਹਦੀ ਫ੍ਰੀਕੁਐਂਸੀ ਹੈਗੀ ਹੈ 20 ਤੋਂ ਲੈ ਕੇ 20,000 ਹਰਟਜ਼ ਦੇ ਤੱਕ ਆਪਾਂ ਜਿਹੜੀ ਧੁਨੀ ਆ ਉਹਨੂੰ ਸੁਣ ਸਕਦੇ ਹਾਂ। ਇਹ ਰੇਂਜ ਨੂੰ ਬਹੁਤ ਵਾਰੀ ਪੁੱਛਿਆ ਗਿਆ, ਇਹਨੂੰ ਨੋਟ ਕਰ ਲਿਓ ਤੁਸੀਂ। 20 ਤੋਂ ਲੈ ਕੇ 20,000 ਹਰਟਜ਼ ਦੀ ਜਿਹੜੀ ਧੁਨੀ ਆ ਉਹਨੂੰ ਆਪਾਂ ਸੁਣ ਸਕਦੇ ਹਾਂ, ਠੀਕ ਹੈ। ਤੁਸੀਂ ਇਹ ਵੀ ਯਾਦ ਰੱਖਣਾ ਕਿ 1 ਹਰਟਜ਼ ਆ ਜਿਹੜਾ 1 ਸਾਈਕਲ ਪਰ ਸੈਕਿੰਡ ਦੇ ਬਰਾਬਰ ਹੁੰਦਾ, ਠੀਕ ਹੈ। ਜਿਹੜੇ 5 ਸਾਲ ਤੋਂ ਘੱਟ ਬੱਚੇ ਹੁੰਦੇ ਹੈਗੇ ਜਾਂ ਕੁਝ ਜੀਵ ਜੰਤੂ ਇਹੋ ਜਿਹੇ ਹੁੰਦੇ ਆ ਜਿਵੇਂ ਕੁੱਤਾ ਵਗੈਰਾ ਹੋ ਗਿਆ, ਉਹ ਕੀ ਹੈ, ਇੰਨੀ ਧੁਨੀ ਵੀ ਸੁਣ ਸਕਦੇ ਆ, ਠੀਕ ਹੈ। 25 ਕਿਲੋ ਹਰਟਜ਼ ਇਹ ਧੁਨੀ ਵੀ ਜਿਹੜੀ ਬਹੁਤ ਘੱਟ ਧੁਨੀ ਵੀ ਜਿਹੜੀ ਸੁਣ ਸਕਦੇ ਆ, ਠੀਕ ਹੈ। ਜਿਹੜੀਆਂ ਧੁਨੀਆਂ 20 ਹਰਟਜ਼ ਤੋਂ ਘੱਟ ਦੀਆਂ ਹੁੰਦੀਆਂ ਨੇ, ਜਿਹਨਾਂ ਨੂੰ ਆਪਾਂ ਨਹੀਂ ਸੁਣ ਸਕਦੇ, ਕਿਉਂਕਿ ਆਪਾਂ ਤਾਂ 20 ਤੋਂ ਜ਼ਿਆਦਾ ਹੀ ਸੁਣ ਸਕਦੇ ਆਂਗੇ। ਜਿਹੜੀਆਂ 20 ਤੋਂ ਘੱਟ ਹੋਣਗੀਆਂ ਉਹਨਾਂ ਨੂੰ ਬੋਲਦੇ ਆਪਾਂ ਨੀਮ ਧੁਨੀਆਂ। ਕਿਹੜੀਆਂ ਧੁਨੀਆਂ ਆਪਾਂ ਨਹੀਂ ਸੁਣ ਸਕਦੇ, ਨੀਮ ਧੁਨੀ ਆਪਾਂ ਨਹੀਂ ਸੁਣ ਸਕਦੇ, ਇਨਫਰਾਸੋਨਿਕ ਵੇਵਸ, ਠੀਕ ਹੈ। ਇਹ ਕਿਉਂਕਿ ਇਹਨਾਂ ਦੀ ਫ੍ਰੀਕੁਐਂਸੀ ਬਹੁਤ ਘੱਟ ਹੁੰਦੀ ਹੈ। ਨੈਕਸਟ ਹੈਗਾ ਜਿਹੜੇ ਗੈਂਡੇ ਹੁੰਦੇ ਆ ਰਾਈਨੋਸਰਸ, ਉਹ ਕੀ ਹੈ 5 ਹਰਟਜ਼, ਬਹੁਤ ਜ਼ਿਆਦਾ ਘੱਟ ਹੋ ਗਿਆ, ਜਿਹੜਾ ਕਿ ਆਪਣੇ ਲਈ ਆਪਾਂ ਬਿਲਕੁਲ ਵੀ ਨਹੀਂ ਸੁਣ ਸਕਦੇ। ਇੰਨੀ ਧੁਨੀ ਦੀ ਜਿਹੜੀ ਹੈਗੀ ਹੈ, ਇੰਨੀ ਵਰਤੀ ਵਾਲੀ ਧੁਨੀ ਬਿਲਕੁਲ ਵੀ ਨਹੀਂ ਆਪਾਂ ਸੁਣ ਸਕਦੇ, ਠੀਕ ਹੈ। ਇਹ ਨੀਮ ਧੁਨੀ ਦੇ ਵਿੱਚ ਆਉਂਦੀ ਹੈ, ਜਿਹਨੂੰ ਕੌਣ ਸੁਣ ਸਕਦੇ ਨੇ, ਗੈਂਡੇ ਸੁਣ ਸਕਦੇ ਆ। ਹੁਣ ਆਪਾਂ ਨੇ 20 ਤੋਂ ਘੱਟ ਵਾਲੀਆਂ ਧੁਨੀਆਂ ਪੜ੍ਹ ਲਈਆਂ, ਜਿਨ੍ਹਾਂ ਨੂੰ ਆਪਾਂ ਨੀਮ ਧੁਨੀਆਂ ਕਹਿੰਦੇ ਹਾਂ। ਜੇ 20 ਤੋਂ ਵੱਧ ਵਾਲੀ ਫ੍ਰੀਕੁਐਂਸੀ ਵਾਲੀ ਆ ਜੇ, ਠੀਕ ਹੈ, 20 ਕਿਲੋ ਹਰਟਜ਼ ਤੋਂ ਜ਼ਿਆਦਾ ਵਾਲੀ ਫ੍ਰੀਕੁਐਂਸੀ ਆ ਜੇ, ਉਹਨੂੰ ਬੋਲਦੇ ਆਪਾਂ ਪ੍ਰਾਸਵਰਨ ਧੁਨੀ ਜਾਂ ਪਰਾ ਧੁਨੀ, ਅਲਟਰਾਸਾਊਂਡ ਕਹਿੰਦੇ ਆਪਾਂ, ਠੀਕ ਹੈ। ਪ੍ਰਾਸਵਰਨ ਜਾਂ ਪਰਾ ਧੁਨੀ, ਅਲਟਰਾਸਾਊਂਡ ਵੇਵਸ, ਇਹਨਾਂ ਨੂੰ ਕੌਣ ਸੁਣ ਸਕਦਾ ਹੈ, ਡੋਲਫਿਨ, ਚਮਗਿੱਦੜ, ਪਰਪਾਈਸ। ਇਹ ਕੀ ਕਰ ਸਕਦੇ ਨੇ ਕਿ ਇਹ ਧੁਨੀਆਂ ਪੈਦਾ ਵੀ ਕਰ ਸਕਦੀ ਹੈ। ਇਹ ਆਪਸੀ ਬਾਤਚੀਤ ਹੈ ਜਿਹੜੀ ਡੋਲਫਿਨ ਹੁੰਦੀ ਹੈ, ਆਪਸੀ ਬਾਤਚੀਤ ਕਿਵੇਂ ਕਰਦੀ ਆ, ਇਹਨਾਂ ਅਲਟਰਾਸਾਊਂਡ ਵੇਵਸ ਦੇ ਨਾਲ ਹੀ ਕਰਦੀ ਹੈ, ਠੀਕ ਹੈ। ਇਸ ਨਾਲ ਹੀ ਇੱਕ ਦੂਜੇ ਨੂੰ ਸੁਣਨ ਦੇ ਵਿੱਚ ਹੈਲਪਫੁਲ ਰਹਿੰਦੀ ਹੈ ਇਹ ਜਿਹੜੀ ਅਲਟਰਾਸਾਊਂਡ ਵੇਵ ਹੈ। ਨੈਕਸਟ ਹੈਗਾ ਆਪਣੇ ਕੋਲੇ ਹੀਅਰਿੰਗ ਏਡਸ ਆਊਗਾ, ਹੀਅਰਿੰਗ ਏਡ, ਠੀਕ ਹੈ। ਹੀਅਰਿੰਗ ਏਡ ਕੀ ਹੁੰਦਾ ਹੈ ਕਿ ਕਈ ਲੋਕ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਬਹੁਤ ਘੱਟ ਸੁਣਾਈ ਦਿੰਦਾ ਹੁੰਦਾ, ਜਾਂ ਉਹਨਾਂ ਨੂੰ ਘੱਟ ਸੁਣਨ ਲੱਗ ਜਾਂਦਾ ਹੈ, ਜਾਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਉਮਰ ਦੇ ਹਿਸਾਬ ਨਾਲ ਜਿਹੜੀ ਸੁਣਨ ਸ਼ਕਤੀ ਆ ਉਹ ਕੀ ਹੈ, ਘੱਟਦੀ ਰਹਿੰਦੀ ਆ, ਠੀਕ ਹੈ। ਤਾਂ ਉਹਨਾਂ ਦੀ ਜਿਹੜੀ ਸੁਣਨ ਵਿੱਚ ਸਹਾਇਕ ਇੱਕ ਯੰਤਰ ਯੂਜ਼ ਕਰਦੇ ਹਾਂ ਆਪਾਂ, ਠੀਕ ਹੈ,
ਜਿਹੜਾ ਉਹਨੂੰ ਸੁਣਨ ਦੇ ਵਿੱਚ ਮਦਦ ਕਰਦਾ ਹੈ। ਉਹ ਕੀ ਯੰਤਰ ਹੁੰਦਾ ਗਾ, ਉਹ ਕਿ ਇੱਕ ਇਲੈਕਟ੍ਰੀਕਲ ਉਪਕਰਨ ਹੈ, ਯਾਨੀ ਕਿ ਬਿਜਲੀ 'ਤੇ ਚੱਲਣ ਵਾਲਾ ਇੱਕ ਯੰਤਰ ਹੈ, ਜਾਂ ਆਪਾਂ ਕਹਿ ਦਈਏ ਕਿ ਬੈਟਰੀ ਦੇ ਉੱਪਰ ਚੱਲਦਾ ਇੱਕ ਛੋਟਾ ਜਿਹਾ, ਜਿਹਦੇ ਵਿੱਚ ਇੱਕ ਛੋਟਾ ਜਿਹਾ ਮਾਈਕ੍ਰੋਫੋਨ ਹੁੰਦਾ ਹੈ, ਐਂਪਲੀਫਾਇਰ ਹੁੰਦਾ ਹੈ, ਠੀਕ ਹੈ, ਇੱਕ ਸਪੀਕਰ ਹੁੰਦਾ ਹੈ। ਇਹ ਤਿੰਨੇ ਜਾਣੇ ਕੀ ਕਰਦੇ ਆ, ਉਹਨੂੰ ਕੀ ਹੈ, ਆਵਾਜ਼ ਸੁਣਨ ਦੇ ਵਿੱਚ ਮਦਦ ਕਰਦੇ ਆ ਇਨਸਾਨ ਦੀ। ਜਿਹੜਾ ਮਾਈਕ੍ਰੋਫੋਨ 'ਤੇ ਜਦੋਂ ਧੁਨੀ ਪਹੁੰਚਦੀ ਹੈ ਤਾਂ ਇਹ ਕੀ ਕਰਦੀ ਹੈ, ਧੁਨੀ ਦੀਆਂ ਤਰੰਗਾਂ ਨੂੰ ਬਿਜਲੀ ਦੀਆਂ ਤਰੰਗਾਂ ਦੇ ਵਿੱਚ ਬਦਲ ਦਿੰਦੀ ਹੈ, ਠੀਕ ਹੈ। ਬਿਜਲੀ ਦੇ ਜਿਹੜੇ ਸਿਗਨਲ ਨੇਗੇ ਉਹ ਫਿਰ ਐਂਪਲੀਫਾਇਰ ਤੱਕ ਜਾਂਦੇ ਨੇ, ਐਂਪਲੀਫਾਇਰ ਫਿਰ ਅੱਗੇ ਸੰਕੇਤ ਕਰਦਾ ਹੈ, ਫਿਰ ਸਪੀਕਰ ਤੱਕ ਜਾਂਦੇ ਆ। ਇਸ ਤਰ੍ਹਾਂ ਨਾਲ ਜਿਹੜੀ ਆਪਣੇ ਕੰਨ ਦੇ ਡਾਇਫਾਰਮ ਦੇ ਉੱਪਰ ਪੈਂਦੀਆਂ ਨੇ ਉਹ ਆਵਾਜ਼ਾਂ, ਅਤੇ ਆਪਾਂ ਨੂੰ ਜਿਹੜੀ ਧੁਨੀ ਆ ਉਹ ਸਾਫ਼ ਸੁਣਾਈ ਦੇ ਜਾਂਦੀ ਆ, ਠੀਕ ਹੈ। ਇਸ ਤਰ੍ਹਾਂ ਜਿਹੜੀ ਆਪਾਂ ਨੂੰ ਧੁਨੀ ਸੁਣਾਈ ਦਿੰਦੀ ਹੈ, ਪਹਿਲਾਂ ਇਲੈਕਟ੍ਰੀਕਲ ਸਿਗਨਲ ਦੇ ਵਿੱਚ ਬਦਲਦੀ ਹੈ, ਫਿਰ ਸਪੀਕਰ ਤੱਕ ਪਹੁੰਚਦੀ ਹੈ, ਧੁਨੀ ਤਰੰਗਾਂ 'ਚ ਬਦਲ ਕੇ ਆਪਣੇ ਕੰਨ ਦੇ ਡਾਇਫਾਰਮ 'ਤੇ ਪੈਂਦੀ ਹੈ, ਜਿਹਨੂੰ ਆਪਾਂ ਡਰਮ ਬੋਲਦੇ ਹਾਂ। ਇਸ ਕਰਕੇ ਆਪਾਂ ਨੂੰ ਜਿਹੜੀ ਧੁਨੀ ਆ ਸੁਣਾਈ ਦੇਣ ਲੱਗ ਜਾਂਦੀ ਹੈ। ਕਲੀਅਰ ਹੈ। ਦੇਖੋ ਇਸ ਤਰ੍ਹਾਂ ਦੀ ਮਸ਼ੀਨ ਹੁੰਦੀ ਹੈ, ਇਸ ਤਰ੍ਹਾਂ ਜਿਹਨੂੰ ਘੱਟ ਸੁਣਾਈ ਦਿੰਦਾ ਆਪਾਂ ਕੰਨਾਂ ਦੇ ਵਿੱਚ ਇਸ ਤਰ੍ਹਾਂ ਪਾ ਸਕਦੇ ਹਾਂ। ਇਹ ਸਾਰਾ ਇਲੈਕਟ੍ਰੀਕਲ ਉਪਕਰਨ ਹੈ ਜਿਹਦੇ ਵਿੱਚ ਬੈਟਰੀ ਵਗੈਰਾ ਫਿੱਟ ਹੁੰਦੀ ਹੈ, ਠੀਕ ਹੈ। ਸੈੱਲ ਵਗੈਰਾ ਵੀ ਪੈ ਸਕਦਾ, ਬੈਟਰੀ ਵੀ ਫਿੱਟ ਹੋ ਸਕਦੀ ਆ। ਤਾਂ ਇਹਦੇ ਨਾਲ ਹੀ ਜਿਹੜੀ ਇਲੈਕਟ੍ਰੀਕਲ ਸਿਗਨਲ ਜਾਊਗਾ ਆਪਣੇ ਕੰਨ ਤੱਕ, ਠੀਕ ਹੈ, ਫਿਰ ਉਹ ਕੀ ਹੈ, ਜਿਹੜੀ ਧੁਨੀ ਆਪਾਂ ਸੁਣ ਸਕਦੇ ਹਾਂ ਬਿਲਕੁਲ ਸਾਫ਼। ਨੈਕਸਟ ਹੈਗਾ ਜਿਹੜੀਆਂ ਅਲਟਰਾਸੋਨਿਕ ਵੇਵਸ ਨੇਗੀਆਂ, ਪਰਾਸਵਰਨ ਧੁਨੀਆਂ, ਇਹਨਾਂ ਨੂੰ ਆਪਾਂ ਦਿਲ ਦੇ ਜਿਹੜੇ ਰੋਗ ਹੁੰਦੇ ਆ ਉਹਨਾਂ ਨੂੰ ਜਾਂਚਣ ਵਾਸਤੇ ਆਪਾਂ ECG ਕਰਾਉਂਦੇ ਹਾਂ ਨਾ, ਇਕੋਕਾਰਡੀਓਗ੍ਰਾਫੀ। ECG ਹੁੰਦੀ ਹੈ ਇਕੋਕਾਰਡੀਓਗ੍ਰਾਫੀ, ਠੀਕ ਹੈ। ਇਸ ਟੈਕਨੀਕ ਦੇ ਰਾਹੀਂ ਕੀ ਆ, ਆਪਣੇ ਦਿਲ ਦੇ ਜਿਹੜੀ ਫੋਟੋ ਖਿੱਚ ਲਈ ਜਾਂਦੀ ਹੈ ਕਿ ਕਿੱਥੇ ਕੀ ਪ੍ਰੋਬਲਮ ਆ, ਕਿਵੇਂ ਵਰਕਿੰਗ ਹੋ ਰਹੀ ਹੈ ਦਿਲ ਦੀ, ਠੀਕ ਹੈ। ਕੋਈ ਛੇਕ ਤਾਂ ਨਹੀਂ ਹੈਗਾ ਵਿੱਚ, ਜਾਂ ਕੋਈ ਦਿਲ ਦੀ ਆਪਾਂ ਨੂੰ ਪ੍ਰੋਬਲਮ ਆ, ਤਾਂ ਸਾਰੀਆਂ ਕਿਹਦੇ ਵਿੱਚ ਆ ਜਾਂਦੀਆਂ ਨੇ, ECG ਦੇ ਵਿੱਚ ਆ ਜਾਂਦੀਆਂ ਨੇ, ਠੀਕ ਹੈ। ਕਿਸ ਤਰ੍ਹਾਂ ਯੂਜ਼ ਕਰਦੇ ਹਾਂ, ਦੇਖੋ ਜਿਵੇਂ ਆਹ ECG ਇਸ ਤਰ੍ਹਾਂ ਕਰਦੇ ਨੇ। ECG ਇਹਦੀ ਫੁੱਲ ਫਾਰਮ ਵੀ ਤੁਸੀਂ ਯਾਦ ਕਰ ਲੈਣੀ ਆ, ਕਿਸ ਤਰ੍ਹਾਂ ਕੁਛ ਤਾਰਾਂ ਜਿਹੀਆਂ ਹੁੰਦੀਆਂ ਨੇ ਆਪਣੇ ਕੀ ਹੈ ਹਾਰਟ ਦੇ ਆਲੇ ਦੁਆਲੇ ਲਗਾਈਆਂ ਜਾਂਦੀਆਂ ਨੇ, ਤਾਂ ਇਸ ਤਰ੍ਹਾਂ ਦੀ ਜਿਹੜੀ ਰਿਪੋਰਟ ਮਿਲਦੀ ਹੈ, ਜਿਹਨੂੰ ਪੜ੍ਹ ਕੇ ਆਪਾਂ ਨੂੰ ਪਤਾ ਚੱਲ ਜਾਂਦਾ ਕਿ ਆਪਾਂ ਨੂੰ ਕੋਈ ਪ੍ਰੋਬਲਮ ਹੈਗੀ ਆ ਜਾਂ ਨਹੀਂ ਹੈਗੀ। ਕਲੀਅਰ ਹੈ ਜੀ। ਨੈਕਸਟ ਹੈਗਾ ਕਿ ਜਿਹੜੀਆਂ ਇਹ ਧੁਨੀਆਂ ਨੇ ਉਹਨਾਂ ਦੀ ਆਪਾਂ ਹੋਰ ਵੀ ਆਪਣੀ ਬੋਡੀ ਪਾਰਟ ਦੇ ਵਿੱਚ ਜਿਹੜੇ ਹੋਰ ਆਪਣੇ ਅੰਗ ਨੇਗੇ ਉਹਨਾਂ ਦੇ ਵਿੱਚ ਅੰਦਰੂਨੀ ਕੋਈ ਖਰਾਬੀ ਤਾਂ ਨਹੀਂ ਹੈਗੀ ਜਾਂ ਕੋਈ ਰੋਗ ਤਾਂ ਨਹੀਂ ਹੋ ਗਿਆ, ਆਪਾਂ ਨੂੰ ਉਹਨਾਂ ਦੀ ਜਾਂਚ ਕਰਨ ਦੇ ਵਾਸਤੇ ਵੀ ਆਪਾਂ ਇਹ ਧੁਨੀਆਂ ਦੀ ਵਰਤੋਂ ਕਰਦੇ ਹਾਂ। ਜਿਵੇਂ ਆਪਣੇ ਜਿਗਰ ਦੇ ਵਿੱਚ, ਪਿੱਤੇ ਦੇ ਵਿੱਚ, ਜਾਂ ਬੱਚੇਦਾਨੀ 'ਚ, ਗੁਰਦਿਆਂ ਦੇ ਵਿੱਚ, ਠੀਕ ਹੈ, ਕੋਈ ਰਸੌਲੀ ਵਗੈਰਾ ਹੋ ਜੇ ਉਹਨੂੰ ਜਾਂਚਣ ਦੇ ਵਾਸਤੇ ਜਿਹੜੀ ਹੈਗੀ ਆ ਪਰਾਸਵਰਨ ਧੁਨੀਆਂ ਦੀ ਜਿਹੜੀ ਵਰਤੋਂ ਆ ਕੀਤੀ ਜਾਂਦੀ ਹੈ, ਠੀਕ ਹੈ। ਜਿਵੇਂ ਕੋਈ ਗੁਰਦੇ ਦੇ ਵਿੱਚ ਪੱਥਰੀ ਵਗੈਰਾ ਹੋ ਗਈ ਉਹਨੂੰ ਦੇਖਣ ਦੇ ਵਾਸਤੇ, ਜਾਂ ਰਸੌਲੀਆਂ ਦਾ ਪਤਾ ਲਗਾਉਣ ਦੇ ਵਾਸਤੇ ਆਪਾਂ ਅਲਟਰਾਸੋਨੋਗ੍ਰਾਫੀ ਕਰਦੇ ਹਾਂ, ਇੱਕ ਅਲਟਰਾਸੋਨੋਗ੍ਰਾਫੀ, ਠੀਕ ਹੈ, ਜਿਹਦੇ ਵਿੱਚ ਆਪਾਂ ਨੂੰ ਰਸੌਲੀ ਵਗੈਰਾ ਦਾ ਜਿਹੜਾ ਪਤਾ ਲੱਗ ਜਾਂਦਾ ਗਾ। ਕਿਸ ਤਰ੍ਹਾਂ ਕਰਦੇ ਹਾਂ ਇਹ ਟੈਕਨੀਕ, ਦੇਖੋ ਇਸ ਤਰ੍ਹਾਂ ਨਾਲ ਕਿ ਅਲੱਗ-ਅਲੱਗ ਆਪਣੇ ਪੇਟ 'ਤੇ ਲਗਾ ਕੇ ਦੇਖਿਆ ਜਾਂਦਾ ਪੂਰਾ ਕਿ ਕਿੱਥੇ ਕੋਈ ਪ੍ਰੋਬਲਮ ਹੈ। ਜੇ ਕੋਈ ਰਸੌਲੀ ਵਗੈਰਾ ਤਾਂ ਆਪਾਂ ਨੂੰ ਜਿਹੜੀ ਸਕਰੀਨ 'ਤੇ ਸ਼ੋਅ ਹੋ ਜਾਂਦੀ ਹੈ, ਠੀਕ ਹੈ। ਰਿਪੋਰਟ ਦੇ ਵਿੱਚ ਵੀ ਇਹ ਜਿਹੜੀ ਸ਼ੋਅ ਹੋ ਜਾਂਦੀ ਹੈ। ਹੋਰ ਅਲਟਰਾਸੋਨੋਗ੍ਰਾਫੀ ਦੀ ਵਰਤੋਂ ਕਿੱਥੇ ਕਰਦੇ ਆਪਾਂ, ਗਰਭ ਅਵਸਥਾ ਦੇ ਵਿੱਚ ਭਰੂਣ ਦੀ ਜਾਂਚ ਉਹਦੇ ਕੋਈ ਬੱਚਾ ਜਨਮ ਲੈ ਰਿਹਾ, ਠੀਕ ਹੈ, ਅਤੇ ਇਹਦੀ ਵਰਤੋਂ ਆਪਾਂ ਲਿੰਗ ਜਾਣਨ ਵਾਸਤੇ ਵੀ ਕਰ ਸਕਦੇ ਹਾਂ, ਜਿਹੜਾ ਕਿ ਇਲੀਗਲ ਹੈ ਬਿਲਕੁਲ। ਅਤੇ ਭਰੂਣ ਦੀ ਅਵਸਥਾ ਜਾਣਨ ਦੇ ਵਾਸਤੇ ਕਿ ਜਿਹੜਾ ਬੱਚਾ ਹੈਗਾ ਉਹ ਠੀਕ ਹੈ, ਤੰਦਰੁਸਤ ਹੈ, ਉਹਦੇ ਵਿਕਾਸ ਦੇ ਵਿੱਚ ਕੋਈ ਕਮੀ ਤਾਂ ਨਹੀਂ, ਠੀਕ ਹੈ, ਜਾਂ ਕੋਈ ਉਹਦੇ ਜਨਮਜਾਤ ਕੋਈ ਨੁਕਸ ਤਾਂ ਨਹੀਂ ਹੈਗਾ, ਬੱਚੇ ਦੇ ਅੰਗ ਪੈਰ ਸਾਰੇ ਠੀਕ ਨੇ। ਇਹਦੇ ਵਿੱਚ ਦੇਖਣ ਦੇ ਵਾਸਤੇ ਆਪਾਂ ਕੀ ਕਰਦੇ ਹਾਂ, ਅਲਟਰਾਸੋਨੋਗ੍ਰਾਫੀ ਕਰਵਾਉਂਦੇ ਹਾਂ, ਠੀਕ ਹੈ। ਜਿਵੇਂ ਕਈ ਵਾਰੀ ਆਪਣੀ ਗੁਰਦੇ ਵਗੈਰਾ ਵਿੱਚ ਕੋਈ ਛੋਟੀ ਮੋਟੀ ਪੱਥਰੀ ਹੁੰਦੀ ਹੈ, ਜਿਹਨੂੰ ਕੀ ਕਰਦੇ ਹਾਂ ਆਪਾਂ ਇਹਨਾਂ ਧੁਨੀਆਂ ਦੀ ਮਦਦ ਦੇ ਨਾਲ ਬਰੀਕ ਬਰੀਕ ਕਣਾਂ ਦੇ ਵਿੱਚ ਤੋੜ ਦਿੰਦੇ ਹਾਂ, ਠੀਕ ਹੈ। ਆਪਾਂ ਕੀ ਕਰਦੇ ਹਾਂ, ਜਿਵੇਂ ਆਪਾਂ ਕਹਿੰਦੇ ਹਾਂ ਲੇਜ਼ਰ ਦੇ ਨਾਲ ਆਪਰੇਸ਼ਨ ਕਰਤਾ, ਉਸੇ ਤਰ੍ਹਾਂ ਨਾਲ ਹੀ ਇਹਨਾਂ ਧੁਨੀਆਂ ਦੇ ਨਾਲ ਕੀ ਹੈਗਾ ਕਿ ਆਪਾਂ ਉਹਨੂੰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਤੋੜ ਦਿੰਦੇ ਹਾਂ, ਜਿਹਦੇ ਕਰਕੇ ਉਹ ਪਿਸ਼ਾਬ ਵਗੈਰਾ ਦੇ ਨਾਲ ਹੀ ਕੀ ਹੈ ਬਾਹਰ ਨਿਕਲ ਜਾਂਦੇ, ਆਪਾਂ ਨੂੰ ਕੋਈ ਵੀ ਆਪਰੇਸ਼ਨ ਵਗੈਰਾ ਜਿਹੜਾ ਨਹੀਂ ਕਰਵਾਉਣਾ ਪੈਂਦਾ, ਠੀਕ ਹੈ। ਤਾਂ ਇਹ ਬਹੁਤ ਹੈਲਪਫੁਲ ਨੇਗੀਆਂ। ਨੈਕਸਟ ਹੈਗਾ ਆਪਣੇ ਕੋਲ ਸੋਨਾਰ। ਸੋਨਾਰ ਦਾ ਕੀ ਮਤਲਬ ਹੈ, ਸਾਊਂਡ ਨੈਵੀਗੇਸ਼ਨ ਐਂਡ ਰੇਂਜਿੰਗ ਤੋਂ ਬਣਿਆ ਇਹ ਵਰਡ ਸੋਨਾਰ, ਸਾਊਂਡ ਨੈਵੀਗੇਸ਼ਨ ਐਂਡ ਰੇਂਜਿੰਗ, ਠੀਕ ਹੈ। ਦੀ ਫੁੱਲ ਫਾਰਮ ਵੀ ਪੁੱਛੀ ਜਾ ਸਕਦੀ ਹੈ। ਇਹ ਇੱਕ ਯੰਤਰ ਹੁੰਦਾ ਗਾ, ਜਿਵੇਂ ਕਿ ਇਹਨਾਂ ਨੂੰ ਕੌਣ ਯੂਜ਼ ਕਰਦਾ ਹੈ, ਜਿਹੜੇ ਸਮੁੰਦਰੀ ਜਹਾਜ਼ ਵਗੈਰਾ ਚਲਾਉਂਦੇ ਆ, ਠੀਕ ਹੈ, ਜਿਹੜੇ ਬਾਕੀ ਦੀਆਂ ਆਪਣੀਆਂ ਸੈਨਾ ਨੇਗੀਆਂ ਉਹਨਾਂ ਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ, ਪਹਾੜਾਂ ਵਗੈਰਾ ਦੇ ਉੱਪਰ ਇਹਦੀ ਵਰਤੋਂ ਕੀਤੀ ਜਾਂਦੀ ਹੈ। ਇਹਦਾ ਮੇਨ ਮਤਲਬ ਕੀ ਹੁੰਦਾ ਹੈ ਕਿ ਆਪਾਂ ਨੇ ਕਿਸੇ ਵੀ ਚੀਜ਼ ਦੀ ਦੂਰੀ, ਦਿਸ਼ਾ ਜਾਂ ਚਾਲ ਮਾਪਣ ਦੇ ਲਈ ਆਪਾਂ ਜਿਹੜੀਆਂ ਇਹ ਧੁਨੀਆਂ ਨੇ ਇਹਨਾਂ ਦੀ ਵਰਤੋਂ ਜਿਹੜੀ ਕਰ ਸਕਦੇ ਹਾਂ, ਠੀਕ ਹੈ। ਜਿਵੇਂ ਕਿ ਇਹ ਸੁਨਾਰ ਹੈ, ਇੱਕ ਟਰਾਂਸਮਿਟਰ ਹੈ, ਕੀ ਕਰਦਾ ਤਰੰਗਾਂ ਭੇਜ ਦਿੰਦਾ ਹੈ। ਜਿਵੇਂ ਆਪਾਂ ਕੀ ਸਮੁੰਦਰ ਦੀ ਗਹਿਰਾਈ ਜਾਣਨੀ ਹੈ, ਠੀਕ ਹੈ, ਸਮੁੰਦਰ ਦੇ ਵਿੱਚ ਆਪਾਂ ਇਹ ਤਰੰਗਾਂ ਭੇਜ ਦਾਂਗੇ ਪਰਾਸਵਰਨ ਧੁਨੀ, ਤਾਂ ਇਹ ਕੀ ਕਰੂਗਾ ਨੀਚੇ ਕਿਸੇ ਚੀਜ਼ ਨਾਲ ਟਕਰਾ ਕੇ ਵਾਪਸ ਹੋਣਗੀਆਂ। ਆਪਾਂ ਨੂੰ ਪਤਾ ਕਿ ਇਹ ਧੁਨੀ ਜਿਹੜੀ ਹੈਗੀ ਹੈ ਕਿਸੇ ਵੀ ਚੀਜ਼ ਨਾਲ ਟਕਰਾ ਕੇ ਹੀ ਵਾਪਸ ਹੁੰਦੀ ਹੈ।
ਜਦੋਂ ਟਕਰਾ ਕੇ ਵਾਪਸ ਹੋਊਗੀ ਤਾਂ ਆਪਾਂ ਨੂੰ ਟਾਈਮ ਪਤਾ ਹੋਊਗਾ ਕਿੰਨਾ ਲੱਗਿਆ, ਆਪਾਂ ਨੂੰ ਇਹ ਵੀ ਪਤਾ ਹੋਊਗਾ ਕਿ ਆਪਾਂ ਨੇ ਕਿੰਨੀ ਚਾਲ, ਕਿੰਨੀ ਸਪੀਡ ਦੀਆਂ ਜਿਹੜੀਆਂ ਧੁਨੀਆਂ ਨੇ ਭੇਜੀਆਂ ਨੇ। ਤਾਂ ਉੱਪਰ ਇੱਕ ਐਗਜ਼ਾਮਪਲ ਪੜ੍ਹੀ ਸੀ ਕਿ ਆਪਾਂ ਫਿਰ ਦੂਰੀ ਦਾ ਪਤਾ ਲਗਾ ਸਕਦੇ ਹਾਂ, ਠੀਕ ਹੈ। ਤਾਂ ਇਸ ਤਰ੍ਹਾਂ ਨਾਲ ਆਪਾਂ ਜਿਹੜਾ ਸੁਨਾਰ ਹੈ ਇਹਦੀ ਵਰਤੋਂ ਕਰ ਸਕਦੇ ਹਾਂ। ਇਹਦੇ ਵਿੱਚ ਇਹੀ ਲਿਖਿਆ ਹੋਇਆ ਕਿ ਟਰਾਂਸਮਿਟਰ ਇਹ ਜਿਹੜੀਆਂ ਇਹ ਧੁਨੀਆਂ ਉਤਪੰਨ ਕਰਦਾ ਹੈ ਅਤੇ ਛੱਡਦਾ ਗਾ। ਇਹ ਤਰੰਗਾਂ ਪਾਣੀ 'ਚ ਚਲੇ ਜਾਂਦੇ ਨੇ, ਸਮੁੰਦਰੀ ਤਲ ਦੇ ਵਿੱਚ ਕਿਸੇ ਵੀ ਵਸਤੂ ਦੇ ਨਾਲ ਟਕਰਾ ਕੇ ਵਾਪਸ ਪਰਿਵਰਤਿਤ ਹੁੰਦੀਆਂ ਨੇ ਅਤੇ ਸੂਚਕ ਯੰਤਰ ਦੁਆਰਾ ਇਹਨਾਂ ਨੂੰ ਰਿਕਾਰਡ ਕਰ ਲਿਆ ਜਾਂਦਾ ਹੈ, ਠੀਕ ਹੈ। ਫਿਰ ਉਹ ਸੰਕੇਤਕ ਰੂਪ ਦੇ ਵਿੱਚ ਦੱਸਦਾ ਹੈ ਕਿ ਵੀ ਪਾਣੀ ਦੇ ਵਿੱਚ ਧੁਨੀ ਦੀ ਚਾਲ ਕਿੰਨੀ ਸੀ, ਆਉਣ ਜਾਣ ਦੇ ਵਿੱਚ ਸਮਾਂ ਕਿੰਨਾ ਲੱਗਿਆ। ਜਦੋਂ ਆਪਾਂ ਨੂੰ ਚਾਲ ਪਤਾ ਲੱਗ ਗਈ, ਸਮਾਂ ਪਤਾ ਲੱਗ ਗਿਆ, ਤਾਂ ਆਪਾਂ ਵਸਤੂ ਦੀ ਦੂਰੀ ਵੀ ਜਿਹੜੀ ਪਤਾ ਕਰ ਸਕਦੇ ਹਾਂ, ਠੀਕ ਹੈ। ਸੁਨਾਰ ਟੈਕਨੀਕ ਦੀ ਵਰਤੋਂ ਆਪਾਂ ਕਿੱਥੇ ਕਰਦੇ ਹਾਂ? ਸਮੁੰਦਰਾਂ ਦੀ ਡੂੰਘਾਈ ਨੂੰ ਮਾਪਣ ਦੇ ਵਾਸਤੇ, ਠੀਕ ਹੈ। ਸਮੁੰਦਰਾਂ ਦੇ ਵਿੱਚ ਕੋਈ ਜੇ ਚਟਾਨਾਂ ਵਗੈਰਾ ਨੇ ਜਾਂ ਕੋਈ ਘਾਟੀਆਂ ਵਗੈਰਾ ਨੇ, ਪਣਡੁੱਬੀਆਂ ਨੇ, ਬਰਫ਼ ਦੇ ਟੁਕੜੇ ਬਣੇ ਹੋਏ ਹੈ ਜਾਂ ਕੋਈ ਜਹਾਜ਼ ਵਗੈਰਾ ਡੁੱਬਿਆ, ਇਹਨਾਂ ਸਭ ਦੀ ਜਾਣਕਾਰੀ ਲੈਣ ਦੇ ਵਾਸਤੇ ਆਪਾਂ ਕਿਹੜੀ ਟੈਕਨੀਕ ਦੀ ਵਰਤੋਂ ਕਰਦੇ ਹਾਂ? ਸੋਨਾਰ ਟੈਕਨੀਕ ਦੀ, ਠੀਕ ਹੈ। ਇਹ ਬਹੁਤ ਹੀ ਇੰਪੋਰਟੈਂਟ ਹੈ। ਦੇਖੋ ਇਹ ਕਿਸ ਤਰ੍ਹਾਂ ਨਾਲ ਹੁੰਦੀ ਹੈ, ਇਸ ਤਰ੍ਹਾਂ ਨਾਲ ਹੁੰਦੀ ਹੈ। ਜਿਵੇਂ ਆਪਣੇ ਕੋਲ ਕੋਈ ਇਹ ਜਹਾਜ਼ ਸੀ, ਠੀਕ ਹੈ। ਇਹਦੇ ਵਿੱਚੋਂ ਕੀ ਆਪਾਂ ਨੇ ਵੇਵਜ਼ ਭੇਜੀਆਂ ਜਿਹੜੀਆਂ ਹਾਂ ਜਾ ਰਹੀਆਂ ਨੇ। ਇਹ ਵੇਵਜ਼ ਗਈਆਂ ਆਪਣੇ ਕੀ ਡੁੱਬੇ ਹੋਏ ਜਹਾਜ਼ ਵਗੈਰਾ ਦਾ ਸ਼ਿਪ ਦਾ ਪਤਾ ਲਗਾਉਣਾ ਸੀ, ਠੀਕ ਹੈ। ਤਾਂ ਇਹ ਨੀਚੇ ਗਈਆਂ, ਨੀਚੇ ਜਾ ਕੇ ਟਕਰਾ ਕੇ ਉਹਦੇ ਨਾਲ ਫਿਰ ਕੀ ਹੋ ਜਾਣਗੀਆਂ? ਵਾਪਸ ਹੋ ਜਾਣਗੀਆਂ। ਤਾਂ ਆਪਾਂ ਨੂੰ ਇਹ ਤਾਂ ਪਤਾ ਹੀ ਸੀਗਾ ਕਿ ਕਿੰਨੀ ਸਪੀਡ ਦੀਆਂ ਆਪਾਂ ਨੇ ਜਿਹੜੀਆਂ ਧੁਨੀਆਂ ਨੇ ਭੇਜੀਆਂ ਨੇ ਨੀਚੇ, ਠੀਕ ਹੈ। ਆਪਾਂ ਨੇ ਜਿਹੜਾ ਸੂਚਕ ਲਗਾਇਆ ਸੀ ਉੱਪਰ, ਉਹਨੇ ਟਾਈਮ ਵੀ ਰਿਕਾਰਡ ਕਰ ਲਿਆ ਵੀ ਟਾਈਮ ਕਿੰਨਾ ਲੱਗਿਆ। ਤਾਂ ਆਪਾਂ ਨੂੰ ਟਾਈਮ ਵੀ ਪਤਾ ਹੈ, ਚਾਲ ਵੀ ਪਤਾ ਹੈ। ਇਹਦਾ ਮਤਲਬ ਆਪਾਂ ਕੀ ਹੈ? ਦੂਰੀ ਪਤਾ ਕਰ ਸਕਦੇ ਹਾਂ। ਜਾਣ ਦੇ ਵਿੱਚ ਕੁਛ ਦੂਰੀ, ਆਉਣ ਦੇ ਵਿੱਚ ਵੀ ਉਨੀ ਦੂਰੀ। ਤਾਂ ਆਪਾਂ ਹਾਫ ਕਰਕੇ ਕੀ ਪਤਾ ਕਰ ਲਾਂਗੇ ਕਿ ਕੁੱਲ ਕਿੰਨੀ ਦੂਰੀ ਹੈ, ਜਿਹੜੀ ਵਸਤੂ ਹੈਗੀ ਆ ਉਹ ਕੁੱਲ ਕਿੰਨੀ ਦੂਰ ਹੈ। ਨੈਕਸਟ ਹੈਗਾ ਆਪਣੇ ਕੋਲ ਮਨੁੱਖੀ ਕੰਨ ਦੀ ਰਚਨਾ। ਕਿ ਜਿਹੜਾ ਕੰਨ ਆਪਣਾ ਉਹਦੀ ਸਟਰਕਚਰ ਕਿਵੇਂ ਹੁੰਦਾ, ਕਿਵੇਂ ਆਪਾਂ ਨੂੰ ਜਿਹੜੀ ਧੁਨੀ ਹੈ ਸੁਣਾਈ ਦਿੰਦੀ ਹੈ। ਦੇਖੋ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਇਸ ਤਰ੍ਹਾਂ ਦੀ ਜਿਹੜੀ ਆਪਣੇ ਪੂਰੇ ਕੰਨ ਦੀ ਸੰਰਚਨਾ ਹੁੰਦੀ ਹੈ, ਜਿਹਨੂੰ ਆਪਾਂ 3 ਪਾਰਟ ਦੇ ਵਿੱਚ ਡਿਵਾਈਡ ਕਰਦੇ ਹਾਂ। ਪਹਿਲਾਂ ਆਪਣੇ ਕੋਲ ਹੁੰਦਾ ਸਭ ਤੋਂ ਬਾਹਰ ਵਾਲਾ, ਜਿਹਨੂੰ ਆਪਾਂ ਦੇਖ ਸਕਦੇ ਹਾਂ, ਠੀਕ ਹੈ। ਫਿਰ ਆਪਣੇ ਕੋਲ ਮਿਡਲ ਵਾਲਾ ਆਉਂਦਾ, ਵਿਚਕਾਰ ਵਾਲਾ, ਅਤੇ ਇਹ ਬਿਲਕੁਲ ਲਾਸਟ 'ਤੇ ਕੀ ਆਉਂਦਾ ਗਾ? ਇਨਰ ਵਾਲਾ, ਬਿਲਕੁਲ ਅੰਦਰਲਾ, ਠੀਕ ਹੈ ਹਿੱਸਾ। 3 ਹਿੱਸੇ ਹੁੰਦੇ ਨੇਗੇ ਆਪਣੇ ਕੰਨ ਦੇ, ਬਿਲਕੁਲ ਬਾਹਰ ਵਾਲਾ, ਵਿਚਕਾਰ ਵਾਲਾ ਅਤੇ ਬਿਲਕੁਲ ਅੰਦਰ ਵਾਲਾ ਹਿੱਸਾ। ਦੇਖੋ ਆਪਾਂ ਨੂੰ ਪਤਾ ਹੈ ਕਿ ਜਿਹੜਾ ਕੰਨ ਹੈ ਉਹ ਕੀ ਹੈ? ਸੰਵੇਦਨਸ਼ੀਲ ਅੰਗ ਹੈ ਬਿਲਕੁਲ ਆਪਣਾ। ਆਪਣੇ ਕੀ ਹੈ? 5 ਸੰਵੇਦਨਸ਼ੀਲ ਅੰਗ ਨੇਗੇ, ਜਿਹਨਾਂ ਦੇ ਵਿੱਚੋਂ ਕੰਨ ਕੀ ਹੈ? ਇੱਕ ਮੇਨ ਪਾਰਟ ਹੈ ਜਿਹਦੇ ਕਰਕੇ ਆਪਾਂ ਸੁਣ ਸਕਦੇ ਹਾਂ, ਠੀਕ ਹੈ। ਇਹਨੂੰ ਕੀ ਹੈ? ਆਊਡਰੀ ਆਵਰਤੀਆਂ ਜਿਹੜੀਆਂ ਆਪਾਂ ਸੁਣਨਯੋਗ ਆਵਰਤੀਆਂ ਹੁੰਦੀਆਂ ਨੇ ਉਹਨਾਂ ਨੂੰ ਸੁਣ ਸਕਦੇ ਹਾਂ। ਕਿਵੇਂ ਸੁਣ ਸਕਦੇ ਹਾਂ ਆਪਾਂ? ਕਿ ਦੇਖੋ ਕਿਵੇਂ ਹੁੰਦਾ ਹੈ ਕਿ ਹਵਾ ਵਿੱਚ ਹੋਣ ਵਾਲੇ ਦਬਾਅ ਪਰਿਵਰਤਨਾਂ ਨੂੰ ਬਿਜਲੀ ਸੰਕੇਤਾਂ ਵਿੱਚ ਤਬਦੀਲ ਕਰ ਦਿੰਦਾ, ਜੋ ਸਵਰਨੀ ਤੰਤੂਆਂ ਤੋਂ ਹੁੰਦੇ ਹੋਏ ਦਿਮਾਗ ਤੱਕ ਪਹੁੰਚ ਜਾਂਦੇ ਨੇ। ਪਹਿਲਾਂ ਹਵਾ ਦੇ ਰਾਹੀਂ ਜਿਹੜੀ ਆਪਣੀ ਧੁਨੀ ਹੈ ਕੰਨ ਦੇ ਅੰਦਰ ਜਾਂਦੀ ਹੈ ਪਹਿਲੇ ਪਾਰਟ ਦੇ ਰਾਹੀਂ, ਫਿਰ ਸੈਕਿੰਡ ਦੇ ਵਿੱਚੋਂ ਕਿਹਦੇ ਵਿੱਚ ਤਬਦੀਲ ਹੋ ਜਾਂਦੀ ਹੈ? ਬਿਜਲੀ ਦੇ ਵਿੱਚ ਹੋ ਜਾਂਦੀ ਹੈ। ਥਰਡ ਦੇ ਵਿੱਚ ਜਿਹੜੇ ਸਵਰਨੀ ਤੰਤੂ ਨੇਗੇ ਉਹ ਕੀ ਆ? ਉਸ ਸਿਗਨਲ ਨੂੰ ਦਿਮਾਗ ਤੱਕ ਲੈ ਜਾਂਦੇ ਨੇ, ਜਿਹਦੇ ਕਰਕੇ ਆਪਾਂ ਨੂੰ ਆਵਾਜ਼ ਸੁਣਾਈ ਦਿੰਦੀ ਹੈ। ਕਲੀਅਰ ਹੈ। ਅਤੇ ਕੰਨ ਦੀ ਜਿਹੜੀ ਆਹ ਬਾਹਰਲੀ ਜਿਹੜੀ ਪਰਤ ਆਪਾਂ ਨੂੰ ਦਿਖਾਈ ਦਿੰਦੀ ਹੈ, ਇਹਨੂੰ ਆਪਾਂ ਕੀ ਬੋਲਦੇ ਹਾਂ? ਪਿੰਨਾ ਕਹਿੰਦੇ ਹਾਂ। ਇਹ ਕੰਨ ਦੇ ਆਲੇ ਦੁਆਲੇ ਹੁੰਦਾ। ਇਹਦਾ ਕੰਮ ਕੀ ਹੁੰਦਾ ਕਿ ਆਲੇ ਦੁਆਲੇ ਦੇ ਵਿੱਚੋਂ ਧੁਨੀ ਨੂੰ ਇਕੱਠਾ ਕਰਕੇ ਕੰਨ ਦੇ ਅੰਦਰ ਲੈ ਕੇ ਜਾਣਾ, ਠੀਕ ਹੈ। ਫਿਰ ਇਕੱਠੀ ਕੀਤੀ ਧੁਨੀ ਕਿੱਥੇ ਜਾਂਦੀ ਹੈ? ਇਸ ਨਾਲੀ ਦੇ ਵਿੱਚੋਂ ਦੀ ਗੁਜ਼ਰਦੀ ਹੋਈ ਕੰਨ ਦੇ ਸਿਰੇ ਉੱਪਰ ਇੱਕ ਪਤਲੀ ਝਿੱਲੀ ਇੱਥੇ ਪਰਦਾ ਲੱਗਿਆ ਹੁੰਦਾ, ਠੀਕ ਹੈ। ਪਤਲੀ ਝਿੱਲੀ ਉਹਦੇ ਕੋਲ ਪਹੁੰਚ ਜਾਂਦੀ ਹੈ, ਜਿਹਨੂੰ ਆਪਾਂ ਕੀ ਕਹਿੰਦੇ ਹਾਂ? ਡੋਲਨ ਜਾਂ ਕੀ ਹੈ? ਈਅਰ ਡਰਮ, ਜਿਹੜਾ ਕਿ ਵਾਈਬਰੇਟ ਕਰਕੇ, ਕੰਪਨ ਕਰਕੇ ਆਵਾਜ਼ ਪੈਦਾ ਕਰਦਾ। ਇੱਥੇ ਤੱਕ ਪਹੁੰਚ ਗਈ। ਦੇਖੋ ਇਹਦੇ ਵਿੱਚ ਪੂਰਾ ਖੋਲ੍ਹ ਕੇ ਦਿਖਾਇਆ ਹੋਇਆ ਆਪਾਂ ਨੂੰ ਕਿ ਇਹ ਆਪਣਾ ਕੀ ਹੈ? ਬਾਹਰਲਾ ਕੰਨ ਹੈ ਇੰਨਾ, ਇਹ ਮਿਡਲ ਵਾਲਾ ਗਾ, ਇਹ ਕੀ ਹੈ? ਬਿਲਕੁਲ ਅੰਦਰਲਾ। ਇਹਦੇ ਵਿੱਚੋਂ ਸਾਰੀ ਧੁਨੀ ਜਿਹੜੀ ਹਵਾ ਦੇ ਨਾਲ ਇਕੱਠੀ ਕਰਕੇ ਐਂਟਰ ਕਰ ਗਈ। ਇਸ ਦੇ ਵਿੱਚੋਂ ਦੀ ਆਹ ਕੀ ਪਾਰਟ ਆਪਣੇ ਕੋਲੇ? ਈਅਰ ਡਰਮ। ਇਹਦੇ ਨਾਲ ਜਾ ਕੇ ਜਦੋਂ ਹਵਾ ਟਕਰਾਊਗੀ ਤਾਂ ਇਹ ਕੰਪਨ ਪੈਦਾ ਕਰੂਗਾ। ਉਹ ਕੰਪਨ ਦੇ ਸਿਗਨਲ ਇਹਦੇ ਵਿੱਚ ਜਾਣਗੇ, ਜਿਹੜੇ ਕੀ ਹੈ? ਬਿਜਲੀ ਸਿਗਨਲ ਬਣ ਜਾਣਗੇ। ਫਿਰ ਇੱਥੋਂ ਕੀ ਹੈ? ਸਵਰਨੀ ਤੰਤੂ ਨੇ ਜਿਹੜੇ ਉਹਨਾਂ ਸਿਗਨਲਾਂ ਨੂੰ ਲੈ ਕੇ ਕਿੱਥੇ ਲੈ ਕੇ ਜਾਣਗੇ? ਦਿਮਾਗ ਤੱਕ ਲੈ ਕੇ ਜਾਣਗੇ, ਜਿਹਦੇ ਕਰਕੇ ਆਪਾਂ ਨੂੰ ਜਿਹੜੀ ਧੁਨੀ ਹੈ ਸੁਣਾਈ ਦੇਊਗੀ। ਆਪਣਾ ਦਿਮਾਗ ਦੱਸੂਗਾ ਕਿ ਇਹ ਕਿਹੜੀ ਚੀਜ਼ ਦੀ ਆਵਾਜ਼ ਹੈ, ਕਿਸ ਚੀਜ਼ ਦੀ ਧੁਨੀ ਹੈ ਇਹ, ਠੀਕ ਹੈ। ਇਸ ਤਰ੍ਹਾਂ ਨਾਲ ਜਿਹੜੀ ਸਾਰੀ ਵਰਕਿੰਗ ਹੁੰਦੀ ਹੈ। ਦੇਖੋ ਇਹ ਤੁਸੀਂ ਪੜ੍ਹ ਸਕਦੇ ਹੋ, ਉਹੀ ਚੀਜ਼ ਲਿਖੀ ਹੋਈ ਹੈ, ਠੀਕ ਹੈ। ਇਹਦੇ ਵਿੱਚ ਇੱਕ ਇੰਪੋਰਟੈਂਟ ਚੀਜ਼ ਹੈ ਕਿ ਕੰਨ ਦੇ ਮੱਧ ਭਾਗ ਵਿੱਚ ਲੱਗੀਆਂ 3 ਹੱਡੀਆਂ ਹੁੰਦੀਆਂ ਨੇ ਕੰਨ ਦੇ ਵਿਚਕਾਰ ਵਾਲੇ ਭਾਗ ਦੇ ਵਿੱਚ।
ਇੱਕ ਨੂੰ ਆਪਾਂ ਕਹਿੰਦੇ ਹਾਂ ਹਥੌੜੀ, ਐਨਵਿਲ, ਸਟ੍ਰਿਪ। ਠੀਕ ਹੈ, ਜੇ ਈਅਰ ਡਰਮ ਦੇ ਕੋਲ ਹੁੰਦੀਆਂ ਨੇ, ਇਹਨਾਂ ਕੰਪਨਾਂ ਨੂੰ ਕਈ ਗੁਣਾ, ਇਹ ਕੀ ਕੰਪਨਾਂ ਨੂੰ ਕਈ ਗੁਣਾ ਵੱਡਾ ਕਰ ਦਿੰਦੀਆਂ ਨੇ। ਠੀਕ ਹੈ, ਜਿੰਨਾ ਜ਼ਿਆਦਾ ਕੰਪਨ ਵੱਡਾ ਹੋਊਗਾ ਉਨੀ ਧੁਨੀ ਆ ਜਿਹੜੀ ਆਪਾਂ ਨੂੰ ਜ਼ਿਆਦਾ ਸੁਣਾਈ ਦੇਊਗੀ। ਠੀਕ ਹੈ ਜੀ, ਇਹ ਆਪਣੇ ਕੰਨ ਦੀ ਸੰਰਚਨਾ ਸੀਗੀ। ਇਹਦੇ ਇਕੱਲੇ ਇਕੱਲੇ ਪਾਰਟ ਵਾਲੇ ਆਪਾਂ ਨੇ ਨਹੀਂ ਪੜ੍ਹਨਾ, ਡਿਟੇਲ ਦੇ ਵਿੱਚ ਨਹੀਂ ਜਾਣਾ। ਦੇ ਵਿੱਚ ਇੰਨੇ ਹੀ ਲਿਖਿਆ ਹੋਇਆ ਕਿ ਇਹਦੇ 3 ਪਾਰਟ ਹੁੰਦੇ ਨੇ, ਅਤੇ ਸੈਕਿੰਡ ਵਾਲਾ ਪਾਰਟ ਆ ਜਿਹੜਾ ਉਹਦੇ ਅੱਗੇ ਫਿਰ 3 ਪਾਰਟ ਹੁੰਦੇ ਆ। ਆਈ ਹੋਪ ਤੁਹਾਨੂੰ ਲੈਕਚਰ ਪਸੰਦ ਆਇਆ ਹੋਊਗਾ। ਅਗਰ ਤੁਹਾਨੂੰ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋਈ, ਕੋਈ ਟੌਪਿਕ ਸਮਝ ਨਾ ਆਇਆ, ਤਾਂ ਤੁਸੀਂ ਜ਼ਰੂਰ ਆਪਣਾ ਜਿਹੜਾ ਡਾਊਟ ਹੈ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰ ਸਕਦੇ ਹੋ। ਸਾਰੇ ਜਣੇ ਟੈਲੀਗ੍ਰਾਮ ਚੈਨਲ ਜੁਆਇਨ ਕਰੋ, ਉੱਥੇ ਤੁਸੀਂ ਆਪਣਾ ਡਾਊਟ ਹੈ ਜਿਹੜਾ ਕੋਈ ਵੀ ਸ਼ੇਅਰ ਕਰ ਸਕਦੇ ਹੋ। ਤੁਹਾਡੇ ਡਾਊਟ ਨੇ ਜਿਹੜੇ ਜ਼ਰੂਰ ਕਲੀਅਰ ਕੀਤੇ ਜਾਣਗੇ। ਅਗਰ ਤੁਹਾਨੂੰ ਵੀਡੀਓਜ਼ ਪਸੰਦ ਆ ਰਹੀਆਂ ਨੇ ਤਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ। ਕਮੈਂਟ ਤੋਂ ਹੀ ਪਤਾ ਲੱਗਦਾ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੈ ਜਾਂ ਨਹੀਂ ਆਈ। ਠੀਕ ਹੈ, ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਥੈਂਕ ਯੂ।